ਅਜੋਕੀ ਖੇਤੀ ਵਿੱਚ ਮਹੱਤਤਾ ਅਤੇ ਢੰਗ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਡਾਕਟਰ ਪ੍ਰਿਤਪਾਲ ਸਿੰਘ। ਡਾਕਟਰ ਸਾਹਿਬ, ਤੁਹਾਡਾ ਸਟੂਡੀਓ ਵਿੱਚ ਪਹੁੰਚਣ ਤੇ ਬਹੁਤ-ਬਹੁਤ ਸਵਾਗਤ ਹੈ ਜੀ। ਬਹੁਤ-ਬਹੁਤ ਧੰਨਵਾਦ ਮੈਡਮ ਗੁਰਲੀਨ ਜੀ। ਜੀ, ਇਸ ਦੇ ਨਾਲ ਹੀ ਕਿਸਾਨ ਵੀਰੋ ਤੁਹਾਨੂੰ ਇਹ ਵੀ ਦੱਸ ਦਈਏ ਕਿ ਡਾਕਟਰ ਪ੍ਰਿਤਪਾਲ ਜੀ ਸੀਨੀਅਰ ਪ੍ਰਸਾਰ ਮਾਹਰ ਭੂਮੀ ਵਿਗਿਆਨ ਫਾਰਮ ਸਲਾਹਕਾਰ ਬਠਿੰਡਾ ਤੋਂ ਸਾਡੇ ਨਾਲ ਅੱਜ ਸਟੂਡੀਓ ਦੇ ਵਿੱਚ ਮੌਜੂਦ ਨੇ। ਤੇ ਸਭ ਤੋਂ ਪਹਿਲਾਂ ਜਿਹੜਾ ਸਾਡਾ ਸਵਾਲ ਹੈ ਉਹ ਪ੍ਰਿਤਪਾਲ ਜੀ ਨੂੰ ਇਹ ਹੈ ਕਿ ਫਸਲ ਉਤਪਾਦਨ ਤੇ ਜ਼ਮੀਨ ਦੀ ਸਿਹਤ ਨੂੰ ਬਰਕਰਾਰ ਰੱਖਣ ਦੇ ਲਈ ਜੇਕਰ ਮਿੱਟੀ ਪਰਖ ਦੀ ਗੱਲ ਕਰੀਏ ਤਾਂ ਇਸ ਦੀ ਕੀ ਮਹੱਤਤਾ ਹੈ? ਜੀ ਮੈਡਮ, ਫਸਲ ਉਤਪਾਦਨ ਦੇ ਵਿੱਚ ਸਭ ਤੋਂ ਜਿਹੜਾ ਮੁੱਢਲਾ ਕੰਮ ਹੈ ਉਹ ਕਿਸਾਨ ਵੀਰ ਦੇ ਲਈ ਕਿ ਉਸ ਨੂੰ ਆਪਣੀ ਜ਼ਮੀਨ ਦੀ ਜਿਹੜੀ ਹੈ ਸਿਹਤ ਦਾ ਸਹੀ ਅੰਦਾਜ਼ਾ ਹੋਣਾ ਚਾਹੀਦਾ ਤਾਂ ਕਿ ਜਿਹੜੀਆਂ ਅਸੀਂ ਰਸਾਇਣਕ ਖਾਦਾਂ ਸਾਡੇ ਕਿਸਾਨ ਵੀਰਾਂ ਨੇ ਫਸਲ ਉਤਪਾਦਨ ਦੇ ਵਿੱਚ ਵਰਤੋਂ ਕਰਨੀ ਹੈ ਉਹਨਾਂ ਦੀ ਸਹੀ ਮਾਤਰਾ ਸਹੀ ਢੰਗ ਨਾਲ ਜਿਹੜਾ ਪਾ ਕੇ ਕਿਸਾਨ ਵੀਰ ਜਿਹੜਾ ਘੱਟ ਤੋਂ ਘੱਟ ਪੈਸੇ ਲੈ ਕੇ ਆਪਣੀ ਫਸਲ ਦਾ ਜਿਹੜਾ ਮਿਆਰੀ ਝਾੜ ਲੈ ਸਕੇ। ਹਰ ਕਿਸਾਨ ਵੀਰ ਮੈਡਮ ਹਰ ਫਸਲ ਦੇ ਵਿੱਚ ਜਿਹੜੀ ਆ ਬਹੁਤ ਸਾਰੀਆਂ ਜਿਹੜੀਆਂ ਖਾਦਾਂ ਦੀ ਵਰਤੋਂ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਫਸਲ ਉਤਪਾਦਨ ਦੇ ਵਿੱਚ ਕਰਦੇ ਨੇ ਜੀ। ਜਿੰਨੀਆਂ ਵੀ ਰਸਾਇਣਕ ਖਾਦਾਂ ਦੀ ਵਰਤੋਂ ਕਿਸਾਨ ਵੀਰਾਂ ਵੱਲੋਂ ਫਸਲ ਉਤਪਾਦਨ ਦੇ ਵਿੱਚ ਕੀਤੀ ਜਾਂਦੀ ਹੈ ਉਹਦਾ ਇੱਕ ਬਹੁਤ ਵੱਡਾ ਹਿੱਸਾ ਜਿਹੜਾ ਅਜਾਈ ਸਾਡੀ ਜ਼ਮੀਨ ਦੇ ਵਿੱਚ ਪਿਆ ਰਹਿ ਜਾਂਦਾ ਹੈ ਜਾਂ ਉਹ ਜ਼ਮੀਨ ਦੇ ਵਿੱਚੋਂ ਜਿਹੜਾ ਹੈ ਉਹ ਨਿਕਲ ਜਾਂਦਾ ਹੈ, ਉਹ ਵਾਤਾਵਰਣ ਦੇ ਵਿੱਚ ਗੈਸਾਂ ਦੇ ਰੂਪ ਦੇ ਵਿੱਚ ਵੀ ਜਾ ਸਕਦਾ ਹੈ ਜਾਂ ਜਿਹੜਾ ਅਸੀਂ ਫਸਲ ਦੇ ਵਿੱਚ ਪਾਣੀ ਲਾਉਨੇ ਆ ਪਾਣੀ ਨਾਲ ਘੁਲ ਕੇ ਵੀ ਸਾਡੇ ਜਿਹੜੇ ਖੁਰਾਕੀ ਤੱਤ ਨੇ ਉਹ ਜ਼ਮੀਨ ਦੀ ਜਿਹੜੀ ਉੱਪਰਲੀ ਤਹਿ ਤੋਂ ਥੱਲੇ ਚਲੇ ਜਾਂਦੇ ਨੇ, ਪਾਣੀ ਦੇ ਵਿੱਚ ਜਿਹੜਾ ਉਹ ਚਲਿਆ ਜਾਂਦਾ, ਪੀਣ ਵਾਲੇ ਪਾਣੀ ਦੇ ਵਿੱਚ ਵੀ ਜਿਹੜਾ ਉਹ ਦੂਸ਼ਿਤ ਹੋਣ ਦਾ ਕਾਰਨ ਬਣਦਾ ਹੈ। ਇਸ ਕਰਕੇ ਜਿਹੜੀ ਸਾਡੀ ਮਿੱਟੀ ਪਰਖੀ ਇੱਕ ਅਜਿਹਾ ਜ਼ਰੀਆ ਹੈ ਜਿਹਦੇ ਨਾਲ ਸਾਡੇ ਕਿਸਾਨ ਵੀਰ ਨੇ ਉਹ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਜਾਣ ਕੇ ਤੇ ਇਹਨਾਂ ਰਸਾਇਣਕ ਖਾਦਾਂ ਦੀ ਜਿਹੜੀ ਆ ਉਸ ਚਰਜੀ ਵਰਤੋਂ ਕਰ ਸਕਦੇ ਆ ਜੀ। ਉਦਾਹਰਨ ਦੇ ਤੌਰ ਤੇ ਜੇ ਵੱਡਾ ਹਿੱਸਾ ਸਾਡੀ ਜ਼ਮੀਨ ਦੇ ਵਿੱਚ ਪਿਆ ਰਹਿ ਜਾਂਦਾ ਹੈ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਿਫਾਰਿਸ਼ ਕਰਦੀ ਹੈ ਜੇਕਰ ਅਸੀਂ ਸਿਫਾਰਿਸ਼ ਅਨੁਸਾਰ ਜ਼ਿੰਕ ਦੀ ਖਾਦ ਕਣਕ ਝੋਨਾ ਫਸਲੀ ਚੱਕਰ ਲੈ ਰਹੇ ਨੇ, ਚਾਹੇ ਸਾਡੇ ਕਿਸਾਨ ਵੀਰ ਜਾਂ ਨਰਮਾ ਕਣਕ ਫਸਲੀ ਚੱਕਰ ਲੈ ਰਹੇ ਨੇ, ਜੇਕਰ ਉਹਨਾਂ ਦੇ ਵਿੱਚ ਸਿਫਾਰਿਸ਼ ਅਨੁਸਾਰ ਅਸੀਂ ਜ਼ਿੰਕ ਸਲਫੇਟ ਖਾਦ ਪਾਈ ਹੈ ਤਾਂ 3 ਤੋਂ 4 ਸਾਲ ਸਾਨੂੰ ਜਿਹੜੀ ਹੈ ਕਣਕ ਝੋਨਾ ਫਸਲੀ ਚੱਕਰ ਦੇ ਵਿੱਚ ਦੁਬਾਰਾ ਜ਼ਿੰਕ ਪਾਉਣ ਦੀ ਲੋੜ ਨਹੀਂ ਪੈਂਦੀ ਜੀ। ਅਸੀਂ ਉਸੇ ਜ਼ਿੰਕ ਨੂੰ ਕਿਉਂਕਿ ਉਹ ਹੌਲੀ ਹੌਲੀ ਸਮੇਂ ਦੇ ਨਾਲ ਸਾਡੀਆਂ ਫਸਲਾਂ ਨੂੰ ਉਪਲਬਧ ਹੁੰਦੀ ਰਹਿੰਦੀ ਹੈ ਤੇ ਸਾਨੂੰ ਅਸੀਂ ਜਿਹੜੇ ਉੱਤੇ ਸਾਡੇ ਕਿਸਾਨ ਵੀਰ ਨੇ ਉਹ ਪੈਸੇ ਬਚਾ ਸਕਦੇ ਆ। ਪਰ ਇਸ ਚੀਜ਼ ਦਾ ਅੰਦਾਜ਼ਾ ਇੱਕੋ ਇੱਕ ਜ਼ਰੀਆ ਸਾਡੇ ਕੋਲੇ ਕਿ ਸਾਡੇ ਕਿਸਾਨ ਵੀਰ ਜਿਹੜੇ ਮਿੱਟੀ ਪਰਖ ਕਰਾਉਣ ਤਾਂ ਕਿ ਉਹਨਾਂ ਨੂੰ ਜ਼ਮੀਨ ਦੇ ਵਿੱਚ ਜਿਹੜੀ ਹੈ ਉਸ ਉਪਲਬਧਤਾ ਦਾ ਪੱਧਰ ਉਸ ਤੱਤ ਦਾ ਪਤਾ ਲੱਗ ਜੇ ਤਾਂ ਕਿ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦਿਆਂ ਇਹਨਾਂ ਰਸਾਇਣਕ ਖਾਦਾਂ ਦੀ ਸੁਚੱਜੀ ਵਰਤੋਂ ਕੀਤੀ ਜਾ ਸਕੇ ਜੀ। ਪਰ ਜੇਕਰ ਸਾਡੇ ਕਿਸਾਨ ਵੀਰ ਮਿੱਟੀ ਪਰਖ ਨਹੀਂ ਕਰਾਉਂਦੇ ਤਾਂ ਕਈ ਵਾਰੀ ਅਸੀਂ ਮੈਡਮ ਦੇਖਦੇ ਹਾਂ ਵੀ ਬਹੁਤ ਸਾਰੀ ਜਿਹੜੀ ਹੈ ਸਾਡੀ ਖਾਦ ਦੀ ਜਿਹੜੀ ਹੈ ਬੇਲੋੜੀ ਵਰਤੋਂ ਹੋ ਜਾਂਦੀ ਹੈ। ਖੁਰਾਕੀ ਤੱਤਾਂ ਦਾ ਉਪਲਬਧਤਾ ਦਾ ਪੱਧਰ ਸਾਨੂੰ ਨਹੀਂ ਪਤਾ ਲੱਗਦਾ। ਕਈ ਵਾਰੀ ਕੀ ਹੁੰਦਾ ਸਾਡੇ ਕਿਸਾਨ ਵੀਰ ਜਿਵੇਂ ਅਸੀਂ ਸਿਫਾਰਿਸ਼ ਕਰਦੇ ਹਾਂ ਕਿ ਸਿਫਾਰਿਸ਼ ਅਨੁਸਾਰ ਜਿਹੜੀ ਫਾਸਫੋਰਸ ਖਾਦ ਹੈ ਉਹ ਸਾਡੇ ਕਿਸਾਨ ਵੀਰ ਹਾੜੀ ਵਾਲੀ ਫਸਲ ਨੂੰ ਪਾਉਣ ਤੇ ਜਿਹੜੀ ਜ਼ਿੰਕ ਦੀ ਖਾਦ ਹੈ ਉਹ ਸਾਡੀ ਸਾਹਮਣੇ ਵਾਲੀ ਫਸਲ ਨੂੰ ਪਾਉਣ। ਪਰ ਕਿਉਂਕਿ ਜੇ ਸਾਡੇ ਕੋਲੇ ਮਿੱਟੀ ਪਰਖ ਰਿਪੋਰਟ ਦੇ ਉੱਤੇ ਆਧਾਰ ਦੇ ਉੱਤੇ ਸਾਡੇ ਕੋਲੇ ਇਹ ਜਾਣਕਾਰੀ ਨਹੀਂ ਤਾਂ ਕਈ ਵਾਰੀ ਸਾਡੇ ਕਿਸਾਨ ਵੀਰ ਇਹਨਾਂ ਦੋਨਾਂ ਖਾਦਾਂ ਦੀ ਜਿਹੜੀ ਵਰਤੋਂ ਹੈ ਉਹ ਇਕੱਠੀ ਇੱਕੋ ਫਸਲ ਦੇ ਵਿੱਚ ਕਰਦੇ ਆ ਜਿਹਦੇ ਨਾਲ ਇਹਨਾਂ ਦੋਨਾਂ ਦੇ ਖੁਰਾਕੀ ਤੱਤਾਂ ਦੇ ਵਿੱਚ ਜਿਹੜਾ ਉਪਲਬਧਤਾ ਦੇ ਵਿੱਚ ਅਸੰਤੁਲਨ ਪੈਦਾ ਹੁੰਦਾ ਵੀ ਇਹ ਦੋਨੋਂ ਖੁਰਾਕੀ ਤੱਤ ਸਾਡੀ ਜਿਹੜੀਆਂ ਫਸਲਾਂ ਨਹੀਂ ਚੱਕ ਸਕਦੀਆਂ ਤੇ ਸਾਡੇ ਜਿਹੜੇ ਕਿਸਾਨ ਵੀਰਾਂ ਜਿਹੜਾ ਉਹ ਵਿੱਤੀ ਨੁਕਸਾਨ ਤਾਂ ਹੁੰਦਾ ਹੀ ਹੁੰਦਾ ਤੇ ਇਹਦੇ ਨਾਲ ਹੀ ਨਾਲ ਜਿਹੜਾ ਇਹ ਖਾਦਾਂ ਦਾ ਘੁਲ ਕੇ ਜ਼ਮੀਨ ਦੇ ਵਿੱਚ ਹੇਠਾਂ ਚਲੇ ਜਾਣ ਦੇ ਨਾਲ ਪਾਣੀ ਦੇ ਜਿਹੜੇ ਘੁਲ ਕੇ ਸਾਡੇ ਪੀਣ ਵਾਲੇ ਪਾਣੀ ਦੇ ਵਿੱਚ ਹੇਠਾਂ ਚਲਿਆ ਜਾਣਾ ਹੈ ਉਹਨੇ ਉਸ ਨੂੰ ਵੀ ਜਿਹੜਾ ਗੰਧਲਾ ਕਰ ਦੇਣਾ ਹੈ। ਵਾਤਾਵਰਣ ਦੇ ਵਿੱਚ ਜੇ ਉੱਡ ਕੇ ਉੱਪਰ ਜਾਂਦਾ ਹੈ ਤਾਂ ਗੈਸਾਂ ਦੇ ਰੂਪ ਦੇ ਵਿੱਚ ਉੱਪਰ ਜਾਂਦਾ ਹੈ ਤੇ ਵਾਤਾਵਰਣ ਦੇ ਵਿੱਚ ਜਿਹੜਾ ਇਹ ਵਿਗਾੜ ਸਾਡੇ ਜਿਹੜਾ ਪੈਦਾ ਹੁੰਦਾ ਹੈ ਜੀ। ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਗੱਲ ਕੀਤੀ ਕਿ ਜੇਕਰ ਬੇਲੋੜੀਆਂ ਖਾਦਾਂ ਦੀ ਵਰਤੋਂ ਹੈ ਜਿਹੜੀ ਉਹ ਸਾਡੇ ਕਿਸਾਨ ਵੀਰ ਕਰ ਰਹੇ ਆ, ਕਿਤੇ ਨਾ ਕਿਤੇ ਸਿੱਧੇ ਔਰ ਅਸਿੱਧੇ ਤੌਰ ਦੇ ਉੱਤੇ ਉਹਨਾਂ ਦਾ ਜਿਹੜਾ ਆਮਦਨ ਹੈ ਉਸ ਦੇ ਵਿੱਚ ਕੋਈ ਨਾ ਕੋਈ ਅਸੰਤੁਲਨ ਹੈ ਜਿਹੜਾ ਉਹ ਪੈਦਾ ਹੋ ਜਾਂਦਾ ਹੈ ਕਿਉਂਕਿ ਵਧੇਰੇ ਖਾਦਾਂ ਦੀ ਵਰਤੋਂ ਹੈ ਜਿਹੜੀ ਉਹ ਆਮਦਨ ਦੇ ਉੱਤੇ ਪ੍ਰਭਾਵ ਤਾਂ ਪਾਊਗੀ ਹੀ ਪਾਊਗੀ। ਉਸ ਦੇ ਨਾਲ ਜੇਕਰ ਜ਼ਮੀਨੀ ਸਿਹਤ ਦੀ ਤੁਸੀਂ ਗੱਲ ਕੀਤੀ ਕਿ ਜ਼ਮੀਨ ਦੀ ਜਿਹੜੀ ਸਿਹਤ ਹੈ ਉਹ ਵੀ ਖਰਾਬ ਹੋ ਜਾਂਦੀ ਹੈ। ਇਸ ਦੇ ਸੰਬੰਧ ਦੇ ਵਿੱਚ ਜੇ ਕੋਈ ਵੀ ਕਿਸਾਨ ਵੀਰ ਡਾਕਟਰ ਸਾਹਿਬ ਤੋਂ ਆਪਣੇ ਸਵਾਲ ਪੁੱਛਣੇ ਚਾਹੁੰਦੇ ਤਾਂ ਉਹਨਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਕਿ ਸਾਡੇ ਸਟੂਡੀਓ ਦਾ ਨੰਬਰ 0164224331 ਡਾਇਲ ਕਰਕੇ ਆਪਣੇ ਬਣਦੇ ਸਵਾਲਾਂ ਦੇ ਜਿਹੜੇ ਜਵਾਬ ਹੈ ਉਹ ਲੈ ਸਕਦੇ ਨੇ। ਡਾਕਟਰ ਸਾਹਿਬ, ਆਪਾਂ ਗੱਲ ਕਰ ਰਹੇ ਸੀਗੇ ਕਿ ਮਿੱਟੀ ਪਰਖ ਹੈ ਜਿਹੜੀ ਜਿੰਨਾ ਚਿਰ ਕਿਸਾਨ ਨੇ ਨਹੀਂ ਕਰਵਾਈ ਉਹਨੂੰ ਇਸ ਚੀਜ਼ ਦਾ ਅੰਦਾਜ਼ਾ ਹੀ ਨਹੀਂ ਹੈ ਕਿ ਉਸਦੀ ਜ਼ਮੀਨ ਦੇ ਵਿੱਚ ਕਿਸ ਜਿਹੜੀ ਤੱਤ ਦੀ ਕਿੰਨੀ ਮਾਤਰਾ ਉਪਲਬਧ ਹੈ, ਕੀ ਉਹਨੂੰ ਖਾਦ ਪਾਉਣ ਦੀ ਲੋੜ ਹੈ ਜਾਂ ਨਹੀਂ ਹੈ। ਇਸ ਤੋਂ ਇਲਾਵਾ ਹੋਰ ਕੀ ਮੰਤਵ ਹੋ ਸਕਦੇ ਨੇ ਮਿੱਟੀ ਪਰਖ ਕਰਵਾਉਣ ਦੇ? ਜੀ ਮੈਡਮ, ਇਹ ਪਹਿਲਾ ਮਿੱਟੀ ਪਰਖ ਦਾ ਇੱਕ ਪਹਿਲਾ ਪਹਿਲੂ ਸੀ ਜਿਹਦੇ ਵਿੱਚ ਅਸੀਂ ਮਿੱਟੀ ਦੀ ਜ਼ਮੀਨ ਦੀ ਜਿਹੜੀ ਉਪਜਾਊ ਸ਼ਕਤੀ ਬਾਰੇ ਅਸੀਂ ਜਿਹੜੀ ਹੈ ਉਹ ਜਾਂਚ ਕਰਦੇ ਹਾਂ ਜੀ। ਇਸ ਤੋਂ ਬਾਅਦ ਕਿਉਂਕਿ ਜਿਸ ਖਿੱਤੇ ਦੇ ਵਿੱਚ ਅਸੀਂ ਬੈਠੇ ਹਾਂ ਇਹ ਦੱਖਣ ਪੱਛਮੀ ਪੰਜਾਬ ਦਾ ਜਿਹੜਾ ਖਿੱਤਾ ਹੈ, ਇਸ ਖਿੱਤੇ ਦੇ ਧਰਤੀ ਹੇਠਲਾ ਜਿਹੜਾ 42% ਪਾਣੀ ਹੈ ਉਹ ਸਾਡੇ ਮਾੜਾ ਹੈ ਜੀ। ਇਹ ਮਾੜੇ ਪਾਣੀ ਦੇ ਨਾਲ ਸਾਡੇ ਜਿਹੜੇ ਲੂਣਾਂ ਦੀ ਜਿਹੜੀ ਆ ਸਮੱਸਿਆ ਬਹੁਤ ਜ਼ਿਆਦਾ ਆਉਂਦੀ ਹੈ। ਅਸੀਂ ਜਦੋਂ ਫੀਲਡ ਦੇ ਵਿੱਚ ਵਿਚਰਦੇ ਹਾਂ ਕਿਸਾਨ ਵੀਰਾਂ ਦੀ ਗੱਲ ਕਰਦੇ ਹਾਂ ਅਸੀਂ ਉੱਥੇ ਅਸੀਂ ਦੇਖਦੇ ਹਾਂ ਕਿ ਉਹਨਾਂ ਦੀਆਂ ਵੱਟਾਂ ਖਾਲਾਂ ਦੇ ਉੱਤੇ ਜਿਹੜੇ ਆ ਲੂਣ ਜੰਮੇ ਹੁੰਦੇ ਆ ਜੀ।
ਸੋ ਕਲਰ ਸੁਧਾਰ ਵਾਸਤੇ ਅਸੀਂ ਕੀ ਕਰਨਾ ਹੈ, ਉਸ ਚੀਜ਼ ਨੂੰ ਵੀ ਸਾਡੇ ਕੋਲ ਅਸੀਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਡੇ ਕੋਲੇ ਮਿੱਟੀ ਅਤੇ ਪਾਣੀ ਪਰਖ ਦੀ ਰਿਪੋਰਟ ਹੈ ਜੀ। ਇਸ ਤੋਂ ਬਾਅਦ ਤੀਸਰਾ ਜਿਹੜਾ ਸਾਡੇ ਕੋਲੇ ਮੈਡਮ ਮਿੱਟੀ ਪਰਖ ਦਾ ਮੰਤਵ ਹੈ, ਉਹ ਸਾਡੇ ਬਾਗਬਾਨ ਵੀਰਾਂ ਲਈ ਹੈ, ਜਿਹੜੇ ਸਾਡੇ ਬਾਗਬਾਨ ਵੀਰ ਨਵਾਂ ਬਾਗ ਲਾਉਣਾ ਚਾਹੁੰਦੇ ਆ। ਕਿਉਂਕਿ ਬਾਗਬਾਨੀ ਇੱਕ ਲੰਬੇ ਸਮੇਂ ਦਾ ਪੂੰਜੀ ਨਿਵੇਸ਼ ਹੁੰਦਾ ਹੈ, ਬਹੁਤ ਵੱਡੇ ਜਿਹੜੇ ਖਰਚਾ ਕਿਸਾਨ ਵੀਰ ਨੇ ਕਰਕੇ ਆਪਣਾ ਬਾਗ ਲਾਉਣਾ ਹੁੰਦਾ ਹੈ। 6 ਤੋਂ 7 ਸਾਲ ਕਈ ਵਾਰੀ ਜਿਹੜੇ ਕਿਸਾਨ ਵੀਰ ਨੂੰ ਜਿਹੜੀ ਹੈ ਪਹਿਲੇ ਸ਼ੁਰੂਆਤੀ 6-7 ਸਾਲਾਂ ਦੇ ਵਿੱਚ ਕੋਈ ਆਮਦਨ ਵੀ ਨਹੀਂ ਹੁੰਦੀ ਜੀ। ਪਰ ਜੇਕਰ ਸਾਡਾ ਕੋਈ ਕਿਸਾਨ ਵੀਰ ਮਿੱਟੀ ਪਰਖ ਨਹੀਂ ਕਰਾਉਂਦਾ ਤੇ ਕਿਸੇ ਬਾਗ ਲਾਉਂਦਾ ਹੈ, ਕਿਸੇ ਫਲਦਾਰ ਬੂਟੇ ਦੀ ਚੋਣ ਕਰਦਾ ਹੈ, ਤੇ ਸਮੇਂ ਬਾਅਦ ਜਾ ਕੇ ਜੇਕਰ ਉਹ ਬਾਗ ਕਿਸੇ ਕਾਰਨ ਵਸ ਜਿਹੜਾ ਹੈ ਉਹ ਨਹੀਂ ਚੱਲ ਪਾਉਂਦਾ ਤੇ ਉਹ ਬੜਾ ਵੱਡਾ ਜਿਹੜਾ ਇੱਕ ਵਿੱਤੀ ਲਾਸ ਸਾਡੇ ਕਿਸਾਨ ਵੀਰਾਂ ਨੂੰ ਝੱਲਣਾ ਪੈਂਦਾ। ਸੋ ਇਹ 3 ਮੰਤਵ ਨੇ। ਸਭ ਤੋਂ ਪਹਿਲਾਂ ਕਿ ਸਾਡੇ ਕਿਸਾਨ ਵੀਰਾਂ ਨੇ ਆਪਣੀ ਜ਼ਮੀਨ ਦੀ ਉਪਜਾਊ ਸ਼ਕਤੀ ਪਤਾ ਕਰਨ ਵਾਸਤੇ, ਦੂਸਰਾ ਕਲਰ ਸੁਧਾਰ ਵਾਸਤੇ, ਅਤੇ ਤੀਸਰਾ ਜਿਹੜਾ ਸਾਡੇ ਕੋਲੇ ਹੈ ਜਿਹੜੇ ਕਿਸਾਨ ਵੀਰਾਂ ਨੇ ਸਾਡੇ ਬਾਗ ਨਵਾਂ ਲਾਉਣਾ ਹੈ, ਬਾਗ ਲਾਉਣ ਵਾਸਤੇ ਤੇ ਫਲਦਾਰ ਬੂਟੇ ਦੀ ਚੋਣ ਕਰਨ ਵਾਸਤੇ ਮਿੱਟੀ ਪਰਖ ਦੀ ਬਹੁਤ ਵੱਡੀ ਜਿਹੜੀ ਹੈ ਉਹ ਅਹਿਮੀਅਤ ਹੈ, ਮਹੱਤਵਤਾ ਹੈ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਕਲਰ ਸੁਧਾਰ ਦੇ ਨਾਲ ਨਵੇਂ ਬਾਗ ਲਾਉਣ ਦੇ ਸੰਬੰਧ ਦੇ ਵਿੱਚ ਜਾਂ ਫਿਰ ਜੇਕਰ ਪਾਣੀ ਮਾੜਾ ਹੈ ਤਾਂ ਉਸ ਦੀ ਪਰਖ ਦੇ ਲਈ ਵੀ ਜਿਹੜੀ ਮਿੱਟੀ ਪਾਣੀ ਪਰਖ ਕਰਾਉਣੀ ਵਧੇਰੇ ਜ਼ਰੂਰੀ ਹੈ। ਤਾਂ ਅਗਲਾ ਸਵਾਲ ਇਹ ਵੀ ਬਣਦਾ ਹੈ ਕਿ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਕਿਹੜੀਆਂ ਪਰਖਾਂ ਜਿਹੜੀਆਂ ਉਹ ਕੀਤੀਆਂ ਜਾਂਦੀਆਂ, ਕਿਹੜੀ ਚੀਜ਼ ਦੀ ਪਰਖ ਕਿਸਾਨ ਵੀਰਾਂ ਨੂੰ ਉੱਥੇ ਕਰਕੇ ਦਿੱਤੀ ਜਾਂਦੀ ਹੈ? ਜੀ ਮੈਡਮ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮਿੱਟੀ ਪਰਖ ਕਰਾਉਣ ਦਾ ਮੰਤਵ ਅਲੱਗ-ਅਲੱਗ ਹੈ। ਉਸੇ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ ਜਿਹੜੀ ਸਾਡੀ ਮਿੱਟੀ ਪਰਖ ਪ੍ਰਯੋਗਸ਼ਾਲਾ ਨੇ ਉਹਦੇ ਵਿੱਚ ਜਿਹੜੇ ਸਾਡੇ ਮਾਹਰ ਹੈ ਉਹ ਵੱਖ-ਵੱਖ ਤਰ੍ਹਾਂ ਦੇ ਜਿਹੜੇ ਹੈ ਉਹਨਾਂ ਦੇ ਟੈਸਟ ਕੀਤੇ ਜਾਂਦੇ ਆ ਜੀ। ਜਿੱਥੋਂ ਤੱਕ ਗੱਲ ਸਾਡੀ ਉਪਜਾਊ ਸ਼ਕਤੀ ਨੂੰ ਪਤਾ ਕਰਨ ਲਈ ਹੈ, ਉਸ ਦੇ ਵਿੱਚ ਅਸੀਂ ਸਭ ਤੋਂ ਪਹਿਲਾ ਟੈਸਟ ਜ਼ਮੀਨ ਦਾ ਜਿਹੜਾ ਖਾਰੀ ਅੰਗ ਹੁੰਦਾ ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਜਿਹੜਾ pH ਆਖ ਦਿੰਦੇ ਆ, ਉਸ ਬਾਰੇ ਉਹਦਾ ਜਿਹੜਾ ਟੈਸਟ ਕੀਤਾ ਜਾਂਦਾ ਹੈ। ਦੂਸਰਾ ਚਾਲਕਤਾ ਹੈ, ਜਿਹੜੀ ਘੁਲਣਸ਼ੀਲ ਲੂਣਾ ਦੀ ਮਾਤਰਾ ਦਾ ਇਸ਼ਾਰਾ ਦਿੰਦੀ ਹੈ ਸਾਨੂੰ ਕਿ ਸਾਡੀ ਜ਼ਮੀਨ ਦੇ ਵਿੱਚ ਘੁਲਣਸ਼ੀਲ ਲੂਣਾ ਦੀ ਮਾਤਰਾ ਕਿੰਨੀ ਹੈ, ਉਸ ਬਾਰੇ ਸਾਨੂੰ ਜਿਹੜਾ ਗਿਆਨ ਹੁੰਦਾ ਹੈ ਉਸ ਨੂੰ ਅਸੀਂ ਇਲੈਕਟ੍ਰੀਕਲ ਕੰਡਕਟਿਵਿਟੀ ਜਾਂ ਚਾਲਕਤਾ ਆਖਦੇ ਹਾਂ। ਇਹ ਦੂਸਰਾ ਟੈਸਟ ਸਾਡੀ ਜ਼ਮੀਨ ਦੇ ਵਿੱਚ ਹੁੰਦਾ ਹੈ। ਤੀਸਰਾ ਟੈਸਟ ਜਿਹੜੀ ਲੈਬੋਰੇਟਰੀ ਦੇ ਵਿੱਚ ਸਾਡੇ ਮਾਹਰਾਂ ਵੱਲੋਂ ਕੀਤਾ ਜਾਂਦਾ ਹੈ ਉਹ ਕੀਤਾ ਜਾਂਦਾ ਜ਼ਮੀਨ ਦੇ ਵਿੱਚ ਮੱਲੜ ਦੀ ਮਾਤਰਾ ਦਾ ਅਨੁਮਾਨ ਲਾਉਣ ਵਾਸਤੇ, ਜਿਸ ਨੂੰ ਅਸੀਂ ਸੋਇਲ ਆਰਗੈਨਿਕ ਕਾਰਬਨ ਕਹਿ ਦਿੰਦੇ ਹਾਂ, ਜਿਹੜਾ ਕਿ ਸਾਡੀ ਜ਼ਮੀਨ ਦੀ ਉਪਜਾਊ ਸ਼ਕਤੀ ਦਾ ਧੁਰਾ ਜਿਹਨੂੰ ਅਸੀਂ ਮੰਨ ਕੇ ਚੱਲਦੇ ਹਾਂ। ਤੀਸਰਾ ਟੈਸਟ ਜਿਹੜਾ ਹੈ ਅਸੀਂ ਸੋਇਲ ਆਰਗੈਨਿਕ ਕਾਰਬਨ ਦੀ ਜਾਂਚ ਕਰਨ ਵਾਸਤੇ ਕਰਦੇ ਹਾਂ। ਜੀ ਡਾਕਟਰ ਸਾਹਿਬ, ਮੰਤਵ ਨੇ ਮਿੱਟੀ ਪਰਖ ਕਰਵਾਉਣ ਦੇ, ਜਿਸ ਦੇ ਵਿੱਚ ਤੁਸੀਂ ਦੱਸਿਆ ਕਿ ਮਾੜਾ ਪਾਣੀ ਹੈ ਜਿਹੜਾ ਉਹ ਸਾਡੇ ਇਸ ਖਿੱਤੇ ਦੀ ਇੱਕ ਸਭ ਤੋਂ ਵੱਡੀ ਸਮੱਸਿਆ ਹੈ। ਇਸ ਦੇ ਨਾਲ ਹੀ ਜਿਹੜੀ pH ਦਾ ਜਿਹੜਾ ਪੱਧਰ ਹੈ ਉਹ ਜਾਣਨ ਦੇ ਲਈ ਨਾਲ ਚਾਲਕਤਾ ਨੂੰ ਜਾਣਨ ਦੇ ਲਈ ਤੇ ਮੱਲੜ ਦੀ ਜਿਹੜੀ ਮਾਤਰਾ ਹੈ ਉਸ ਨੂੰ ਜਾਣਨ ਦੇ ਲਈ ਸਾਡੇ ਲਈ ਇਹ ਟੈਸਟ ਕਰਾਉਣੇ ਵਧੇਰੇ ਜ਼ਰੂਰੀ। ਜੀ ਮੈਡਮ, ਇਸ ਤੋਂ ਬਾਅਦ ਜਿਹੜਾ ਚੌਥਾ ਟੈਸਟ ਸਾਡੀ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਕੀਤਾ ਜਾਂਦਾ ਮਾਹਰਾਂ ਵੱਲੋਂ, ਉਹ ਫਾਸਫੋਰਸ ਦੀ ਉਪਲਬਧਤਾ ਦਾ ਪੱਧਰ ਜਾਣਨ ਲਈ ਕੀਤਾ ਜਾਂਦਾ ਜੀ। ਫਾਸਫੋਰਸ ਕਹਿਣ ਦਾ ਭਾਵ ਜਿਹੜੀਆਂ ਅਸੀਂ DAP ਜਾਂ ਸੁਪਰ ਖਾਦ ਅਸੀਂ ਕਿੰਨੀ ਪਾਉਣੀ ਹੈ ਜਾਂ ਨਹੀਂ ਪਾਉਣੀ, ਜਾਂ ਕਿਹੜੇ ਸਮੇਂ ਪਾਉਣੀ ਹੈ, ਕਿਹੜੇ ਸਰੋਤ ਚੋਂ ਪਾਉਣੀ ਹੈ ਤੇ ਕਿੰਨੀ ਪਾਉਣੀ ਹੈ, ਕਿਹੜੀ ਫਸਲ ਦੇ ਵਿੱਚ ਸਾਨੂੰ ਕਿੰਨੀ ਖਾਦ ਪਾਉਣ ਦੀ ਲੋੜ ਹੈ, ਉਸ ਚੀਜ਼ ਦਾ ਜਿਹੜਾ ਇਸ਼ਾਰਾ ਸਾਡੇ ਕੋਲੇ ਉਹ ਫਾਸਫੋਰਸ ਦਾ ਉਪਲਬਧਤਾ ਪੱਧਰ ਜਾਣ ਕੇ ਸਾਡੇ ਜਿਹੜੇ ਮਾਹਰ ਸਾਨੂੰ ਮਿੱਟੀ ਪਰਖ ਰਿਪੋਰਟ ਦੇ ਵਿੱਚ ਦਿੰਦੇ ਆ ਜੀ। ਇਸ ਤੋਂ ਬਾਅਦ ਜਿਹੜਾ ਅਸੀਂ ਸਾਡੇ ਕੋਲੇ ਇੱਕ ਵੱਡਾ ਖੁਰਾਕੀ ਤੱਤ ਹੈ, ਪੋਟਾਸ਼ੀਅਮ ਖੁਰਾਕੀ ਤੱਤ ਹੈ, ਜਿਹਦੀ ਖਾਦ ਦੀ ਵਰਤੋਂ ਅਸੀਂ ਖੇਤ ਦੇ ਵਿੱਚ ਕਰਨੀ ਹੈ, ਕਿਹੜੀ ਫਸਲ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਪਾਉਣਾ ਹੈ ਕਿ ਨਹੀਂ ਪਾਉਣਾ, ਉਹ ਅਸੀਂ ਪੋਟਾਸ਼ੀਅਮ ਤੱਤ ਦੇ ਲਈ ਜਿਹੜੀ ਹੈ ਦੂਸਰੀ ਜਿਹੜਾ ਇੱਕ ਹੋਰ ਟੈਸਟ ਕਰਦੇ ਹਾਂ ਜੀ। ਇਸ ਤੋਂ ਬਾਅਦ ਮੈਡਮ ਅਸੀਂ ਜਿੱਥੋਂ ਤੱਕ ਗੱਲ ਅਸੀਂ ਵੱਡੇ ਖੁਰਾਕੀ ਤੱਤਾਂ ਦੀ ਕੀਤੀ ਹੈ, ਇਸ ਤੋਂ ਬਾਅਦ ਸੂਖਮ ਖੁਰਾਕੀ ਤੱਤਾਂ ਦੀ ਵਾਰੀ ਆਉਂਦੀ ਹੈ, ਜਿਹਦੇ ਵਿੱਚ 4 ਸਾਡੇ ਕੋਲੇ ਮੁੱਖ ਤੌਰ ਤੇ ਸੂਖਮ ਖੁਰਾਕੀ ਤੱਤ ਨੇ। ਪਹਿਲਾ ਸੂਖਮ ਖੁਰਾਕੀ ਤੱਤ ਜ਼ਿੰਕ ਹੈ, ਫਿਰ ਕਾਪਰ ਹੈ, ਫਿਰ ਮੈਂਗਨੀਜ਼ ਹੈ ਤੇ ਇੱਕ ਆਇਰਨ ਹੈ ਜੀ। ਇਹਨਾਂ 4 ਖੁਰਾਕੀ ਤੱਤਾਂ ਦਾ ਉਪਲਬਧਤਾ ਦਾ ਪੱਧਰ ਜਾਣਨ ਲਈ ਜਿਹੜੀ ਹੈ ਸਾਡੇ ਮਾਹਰਾਂ ਵੱਲੋਂ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਜਿਹੜੀ ਇਹਦੀ ਟੈਸਟ ਕੀਤੀ ਜਾਂਦੀ ਹੈ। ਸਾਡੇ ਇਸ ਏਰੀਆ ਦੇ ਵਿੱਚ ਖਾਸ ਤੌਰ ਤੇ ਇਸ ਦੱਖਣ ਪੱਛਮੀ ਖੇਤਰ ਦੇ ਵਿੱਚ ਜਿੱਥੋਂ ਸਾਡੀਆਂ ਜ਼ਮੀਨਾਂ ਦੀ ਜਿਹੜੀ ਉਪਜਾਊ ਸ਼ਕਤੀ ਬਹੁਤ ਜ਼ਿਆਦਾ ਮਾੜੀ ਹੈ, ਬਹੁਤਾਤ ਜਿਹੜੇ ਖੇਤ ਨੇ ਵਾਹਣ ਨੇ ਉਹਨਾਂ ਦੀ ਜ਼ਮੀਨ ਜਿਹੜੀ ਬਹੁਤ ਜ਼ਿਆਦਾ ਰੇਤਲੀ ਹੈ, ਘੱਟ ਉਪਜਾਊ ਹੈ, ਤੇ ਇਹਨਾਂ ਜ਼ਮੀਨਾਂ ਦੇ ਵਿੱਚ ਤੇ ਮਾੜਾ ਪਾਣੀ ਹੋਣ ਕਰਕੇ ਸਾਡੇ ਖਾਸ ਤੌਰ ਤੇ ਸੂਖਮ ਖੁਰਾਕੀ ਤੱਤਾਂ ਦੀ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ। ਜਿਵੇਂ ਕਿ ਅਸੀਂ ਇਸ ਹਾੜੀ ਦੇ ਸੀਜ਼ਨ ਦੇ ਵਿੱਚ ਵੀ ਦੇਖਿਆ, ਸਾਡੇ ਮੈਂਗਨੀਜ਼ ਦੀ ਸਮੱਸਿਆ ਬਹੁਤ ਵੱਡੀ ਬਣ ਕੇ ਸਾਡੇ ਕਿਸਾਨ ਵੀਰਾਂ ਦੇ ਸਾਹਮਣੇ ਆਈ। ਸਾਡੇ ਕਿਸਾਨ ਵੀਰਾਂ ਨੂੰ ਜਿਹੜੀਆਂ 3 ਤੋਂ 4 ਮੈਂਗਨੀਜ਼ ਦੀਆਂ ਸਪਰੇਆਂ ਕਰਨੀਆਂ ਪੈਂਦੀਆਂ ਨੇ। ਇਸ ਤੋਂ ਬਾਅਦ ਹੁਣ ਸਾਡਾ ਸਾਉਣੀ ਵਾਲਾ ਸੀਜ਼ਨ ਆ ਜਾਣਾ ਹੈ, ਧਰਤੀ ਹੇਠਲਾ ਪਾਣੀ ਮਾੜਾ ਹੈ। ਜੇਕਰ ਸਾਡਾ ਧਰਤੀ ਹੇਠਲਾ ਪਾਣੀ ਮਾੜਾ ਹੈ ਤਾਂ ਸਾਡੀ ਜਿਹੜੀ ਜ਼ਿੰਕ ਪਾਉਣ ਦੇ ਬਾਵਜੂਦ ਵੀ ਕਈ ਵਾਰੀ ਸਾਡੇ ਜਿਹੜੀ ਹੈ ਜ਼ਿੰਕ ਦੀ ਘਾਟ ਦੀ ਪੂਰਤੀ ਨਹੀਂ ਹੁੰਦੀ। ਸੋ ਉਸ ਚੀਜ਼ ਦਾ ਪੱਧਰ ਪਤਾ ਕਰਨ ਲਈ, ਜ਼ਿੰਕ ਦਾ ਪੱਧਰ ਕਰਨ ਲਈ ਛੋਟਾ ਜਿਹੜਾ ਖੁਰਾਕੀ ਤੱਤ ਹੈ ਉਹਦੇ ਲਈ ਵੀ ਸਾਡੇ ਮਾਹਰਾਂ ਵੱਲੋਂ ਜਿਹੜੀ ਇਹਦੀ ਮਿੱਟੀ ਪਰਖ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਜੀ। ਇਸ ਤੋਂ ਬਾਅਦ ਕਲਰ ਸੁਧਾਰ ਵਾਸਤੇ ਅਸੀਂ ਜਿਹੜੀ ਹੈ pH, EC, ਸੋਇਲ ਆਰਗੈਨਿਕ ਕਾਰਬਨ ਤੇ ਕੈਲਸ਼ੀਅਮ ਕਾਰਬੋਨੇਟ ਜਿਹੜੀ ਹੈ ਉਹਦੇ ਬਾਰੇ ਪਰਖ ਕਰਦੇ ਹਾਂ। ਤੇ ਜਿਹੜੇ ਕਿਸਾਨ ਵੀ ਸਾਡੇ ਬਾਗ ਲਾਉਣਾ ਚਾਹੁੰਦੇ ਨੇ ਉਹਨਾਂ ਦੇ ਵਾਸਤੇ ਅਸੀਂ ਜਿਹੜੀ ਹੈ pH, ਜਿਹੜੀ ਚਾਲਕਤਾ ਹੈ, ਸੋਇਲ ਆਰਗੈਨਿਕ ਕਾਰਬਨ ਹੈ, ਉਸ ਤੋਂ ਬਾਅਦ ਕੈਲਸ਼ੀਅਮ ਕਾਰਬੋਨੇਟ ਹੈ ਜਾਂ ਹੋਰ ਜਿਹੜਾ ਕੋਈ ਲਾਈਮ ਹੈ, ਉਸ ਵਾਸਤੇ ਜਿਹੜੀ ਹੈ ਅਸੀਂ ਮਿੱਟੀ ਪਰਖ ਪ੍ਰਯੋਗਸ਼ਾਲਾ ਦੇ ਵਿੱਚ ਜਿਹੜੀ ਹੈ ਉਹ ਟੈਸਟ ਕਰਕੇ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਹੈ ਉਹ ਰਿਪੋਰਟ ਮੁਹੱਈਆ ਕਰਾਉਂਦੇ ਆ ਤਾਂ ਕਿ ਉਹ ਆਪਣੀ ਜ਼ਮੀਨ ਦੀ ਸਿਹਤ ਨੂੰ ਸੁਧਾਰਨ ਵਾਸਤੇ ਜਿਹੜੇ ਆ ਉਪਰਾਲੇ ਕਰ ਸਕਣ।
ਕਲਰ ਸੁਧਾਰ ਵਾਸਤੇ ਉਪਰਾਲੇ ਕਰ ਸਕਣ ਜਾਂ ਆਪਣੀ ਜ਼ਮੀਨ ਦੀਆਂ ਵਿਸ਼ੇਸ਼ਤਾਵਾਂ ਨੂੰ ਧਿਆਨ ਦੇ ਵਿੱਚ ਰੱਖਦਿਆਂ ਸਾਡੇ ਜਿਹੜੇ ਕਿਸਾਨ ਵੀਰ ਨੇ ਉਹ ਫਲਦਾਰ ਬੂਟੇ ਦੀ ਚੋਣ ਕਰ ਸਕਣ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਚੀਜ਼ਾਂ ਦੇ ਲਈ ਖਾਸ ਕਰਕੇ ਜੇਕਰ ਬਾਗਬਾਨੀ ਦੇ ਨਾਲ ਜੁੜੇ ਹੋਏ ਕਿਸਾਨ ਵੀਰ ਨੇ, ਉਹਨਾਂ ਨੇ ਆਪਣੇ ਕੋਈ ਮਿੱਟੀ ਪਰਖ ਕਰਾਉਣੀ ਹੈ ਤਾਂ ਉਸ ਸੰਬੰਧ ਦੇ ਵਿੱਚ ਪ੍ਰਯੋਗਸ਼ਾਲਾ ਦੇ ਵਿੱਚ ਕਿਹੜੀਆਂ ਕਿਸਮ ਦੀ ਜਿਹੜੀ ਪਰਖ ਹੈ ਉਹ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਜਿਵੇਂ ਕਿ ਇੱਕ ਫੋਨ ਕਾਲ ਆਈ ਤਾਂ ਤੁਸੀਂ ਉਹਨਾਂ ਸਰੋਤਿਆਂ ਨੂੰ ਇਹ ਦੱਸਿਆ ਕਿ ਪੂਰਾ ਵਿਸ਼ਲੇਸ਼ਣ ਹੈ ਜਿਹੜਾ ਰਿਪੋਰਟ ਦੇ ਵਿੱਚ ਬੜੇ ਚੰਗੇ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ, ਤਾਂ ਇਹਦੇ ਪਿੱਛੇ ਵੀ ਕੀ ਕਾਰਨ ਰਹਿੰਦੇ ਨੇ ਜਾਂ ਕਿਹੜੀਆਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਜਿਹੜੀ ਰਿਪੋਰਟ ਹੈ ਉਹ ਤਿਆਰ ਕੀਤੀ ਜਾਂਦੀ ਹੈ? ਕੀ ਕਿਸਾਨ ਵੀਰ ਨੂੰ ਇਹ ਪਹਿਲਾਂ ਦੱਸਣਾ ਪਵੇਗਾ ਕਿ ਉਹ ਕਿਸ ਮੰਤਵ ਦੇ ਲਈ ਜਿਹੜੀ ਮਿੱਟੀ ਪਰਖ ਹੈ ਉਹ ਕਰਵਾ ਰਿਹਾ ਹੈ, ਜਾਂ ਫਿਰ ਹਰ ਕਿਸੇ ਕਿਸਾਨ ਨੂੰ ਹੀ ਇੱਕੋ ਹੀ ਪੱਧਰ ਦੀ ਜਿਹੜੀ ਰਿਪੋਰਟ ਹੈ ਉਹ ਤਿਆਰ ਕਰਕੇ ਦਿੱਤੀ ਜਾਂਦੀ ਹੈ? ਨਹੀਂ ਮੈਡਮ, ਜਿਵੇਂ ਸਾਡੀ ਮਿੱਟੀ ਪਰਖ ਦੇ 3 ਮੰਤਵ ਨੇ, ਉਹ ਕਿਸਾਨ ਵੀਰ ਉਸ ਮੰਤਵ ਨੂੰ ਧਿਆਨ ਦੇ ਵਿੱਚ ਰੱਖਦਿਆਂ ਆਪਣੀ ਜਿਹੜੀ ਮਿੱਟੀ ਦਾ ਸੈਂਪਲ ਸਾਡੇ ਕੋਲੇ ਲੈ ਕੇ ਆਉਂਦਾ। ਉਦਾਹਰਨ ਦੇ ਤੌਰ ਤੇ ਜਦੋਂ ਅਸੀਂ ਉਪਜਾਊ ਸ਼ਕਤੀ ਦੀ ਗੱਲ ਕਰਦੇ ਹਾਂ ਤਾਂ ਅਸੀਂ ਉੱਪਰਲੀ ਜਿਹੜੀ ਹੈ 6 ਇੰਚ ਜਿਹੜੀ ਡੂੰਘਾਈ ਦੀ ਮਿੱਟੀ ਦੀ ਪਰਖ ਕਰਦੇ ਹਾਂ। ਜਦੋਂ ਅਸੀਂ ਕਲਰ ਸੁਧਾਰ ਵਾਸਤੇ ਕਰਨਾ ਹੈ, ਅਸੀਂ ਡੂੰਘੀ ਜਿਹੜੀ ਹੈ ਉਹ ਤਹਾਂ ਦੀ ਜਿਹੜੀ ਹੈ ਮਿੱਟੀ ਦੀ ਟੈਸਟ ਕਰਦੇ ਹਾਂ। ਜਦੋਂ ਅਸੀਂ ਬਾਗ ਲਾਣਾ, ਅਸੀਂ 6 ਫੁੱਟ ਡੂੰਘਾ ਜਿਹੜਾ ਅਸੀਂ ਸੈਂਪਲ ਲੈ ਕੇ ਕਰਦੇ ਹਾਂ ਜੀ। ਤੇ ਦੂਜੀ ਗੱਲ ਰਹੀ ਵਿਸ਼ਲੇਸ਼ਣ ਦੀ, ਜਿਹੜੀ ਹੈ ਵਿਸ਼ਲੇਸ਼ਣ ਦੇ ਵਿੱਚ ਜਿਹੜੀਆਂ ਅਸੀਂ ਰਿਪੋਰਟਾਂ ਜਿਹੜੀਆਂ ਨੇ ਉਹ ਅੱਡ-ਅੱਡ ਤਰੀਕੇ ਦੇ ਨਾਲ ਜਿਹੜੀ ਕਿਸਾਨ ਵੀਰਾਂ ਨੂੰ ਰਿਪੋਰਟ ਦਿੱਤੀ ਜਾਂਦੀ ਹੈ। ਜਿਹੜੇ ਕਿਸਾਨ ਵੀਰ ਸਾਡੇ ਜ਼ਮੀਨ ਦਾ ਉਪਜਾਊ ਸ਼ਕਤੀ ਪਤਾ ਕਰਨ ਲਈ, ਮਿੱਟੀ ਪਰਖ ਲਈ ਸਾਡੇ ਕੋਲੇ ਪਹੁੰਚ ਕਰਦੇ ਨੇ, ਅਸੀਂ ਉਹਨਾਂ ਨੂੰ ਉਹਨਾਂ ਦੀ ਜ਼ਮੀਨ ਨੂੰ ਕੈਟਾਗਰਾਈਜ਼ ਕਰਦੇ ਹਾਂ ਕਿ ਉਹਨਾਂ ਦੀ ਜ਼ਮੀਨ ਦਾ ਖਾਰੀ ਅੰਗ ਕਿਸ ਤਰ੍ਹਾਂ ਦਾ। ਜੇਕਰ ਖਾਰੀ ਅੰਗ ਘੱਟ ਹੈ, ਦਰਮਿਆਨਾ ਜਾਂ ਵੱਧ ਵਾਲੇ ਪਾਸੇ ਨੇ, ਤਾਂ ਉਹਦਾ ਸੁਧਾਰ ਲਈ ਸਾਡੇ ਕਿਸਾਨ ਵੀਰ ਨੂੰ ਕੀ ਕਰਨਾ ਚਾਹੀਦਾ। ਜੇਕਰ ਉਹਦੇ ਜ਼ਮੀਨ ਦੀ ਜਿਹੜੀ ਚਾਲਕਤਾ ਹੈ ਉਹ ਠੀਕ ਵਾਲੇ ਪਾਸੇ ਨੂੰ ਹੈ ਤਾਂ ਕੀ ਕਰਨਾ ਹੈ। ਜੇਕਰ ਉਹ ਖਾਰਾ ਪਾਣਾ ਉਸ ਦੇ ਵਿੱਚ ਤਾਂ ਕੀ ਅਸੀਂ ਕਰਨਾ ਹੈ। ਇਸ ਤੋਂ ਇਲਾਵਾ ਸੋਇਲ ਦੇ ਵਿੱਚ ਜਿਹੜਾ ਆਰਗੈਨਿਕ ਕਾਰਬਨ ਹੈ, ਮਨਰ ਦੀ ਮਾਤਰਾ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਜਿਹੜੀ ਅਸੀਂ, ਕਿਉਂਕਿ ਜ਼ਮੀਨ ਦੇ ਵਿੱਚ ਜਿੰਨੀ ਅਸੀਂ ਨਾਈਟ੍ਰੋਜਨ ਦੇ ਲਈ ਕੋਈ ਪਰਖ ਨਹੀਂ ਕਰਦੇ, ਤੇ ਜਿੰਨੀਆਂ ਵੀ ਅਸੀਂ ਫਸਲਾਂ ਨੂੰ ਜਿਹੜੀ ਹੈ ਨਾਈਟ੍ਰੋਜਨ ਵਾਲੀ ਖਾਦ, ਯੂਰੀਆ ਖਾਦ ਅਸੀਂ ਪਾਉਣੀ ਹੈ, ਉਹ ਜ਼ਮੀਨ ਦੀ ਸੋਇਲ ਆਰਗੈਨਿਕ ਕਾਰਬਨ ਦੇ ਕੰਟੈਂਟ ਦੇ ਬੇਸ ਦੇ ਉੱਤੇ ਕਰਦੇ ਹਾਂ। ਸੋ ਅਸੀਂ ਮਿੱਟੀ ਪਰਖ ਕਰਦੇ ਹਾਂ, ਉਸ ਜ਼ਮੀਨ ਨੂੰ ਅਸੀਂ 3 ਵੱਖ-ਵੱਖ ਕੈਟਾਗਰੀ ਦੇ ਵਿੱਚ ਜਿਹੜਾ ਵੰਡ ਲੈਂਦੇ ਹਾਂ, ਸ਼੍ਰੇਣੀਆਂ ਦੇ ਵਿੱਚ ਵੰਡ ਲੈਂਦੇ ਹਾਂ। ਸਭ ਤੋਂ ਪਹਿਲਾਂ ਘਾਟ ਵਾਲੀ ਸ਼੍ਰੇਣੀ, ਜਿਹੜੀ ਜ਼ਮੀਨ ਦੇ ਵਿੱਚ ਮੱਲੜ ਜਿਹੜਾ 0.4% ਤੋਂ ਘੱਟ ਹੈ ਉਹਨੂੰ ਅਸੀਂ ਘਾਟ ਵਾਲੀ ਜ਼ਮੀਨ ਕਹਿ ਦਿੰਦੇ ਹਾਂ। ਜਿਹੜੀਆਂ ਜ਼ਮੀਨਾਂ ਦੇ ਵਿੱਚ ਮੱਲੜ ਦੀ ਮਾਤਰਾ 0.4 ਤੋਂ 0.75 ਹੁੰਦੀ ਹੈ ਉਹਨੂੰ ਅਸੀਂ ਦਰਮਿਆਨੀਆਂ ਉਪਜਾਊ ਸ਼ਕਤੀ ਵਾਲੀਆਂ ਜ਼ਮੀਨਾਂ ਕਹਿ ਦਿੰਦੇ ਹਾਂ। ਇਸ ਤੋਂ ਇਲਾਵਾ ਜਿਹੜੀਆਂ ਜ਼ਮੀਨਾਂ ਦੇ ਵਿੱਚ ਸਾਡੇ ਮੱਲੜ ਦੀ ਮਾਤਰਾ, ਸੋਇਲ ਆਰਗੈਨਿਕ ਕਾਰਬਨ ਦੀ ਮਾਤਰਾ 0.75% ਤੋਂ ਵੱਧ ਹੈ, ਉਹਨਾਂ ਨੂੰ ਅਸੀਂ ਜ਼ਿਆਦਾ ਉਪਜਾਊ ਜ਼ਮੀਨਾਂ ਆਖ ਦਿੰਦੇ ਹਾਂ। ਤੇ ਇਸ ਸੋਇਲ ਆਰਗੈਨਿਕ ਕਾਰਬਨ ਦੇ ਕੰਟੈਂਟ ਦੇ ਬੇਸ ਦੇ ਉੱਤੇ ਜਿਹੜੀ ਹੈ ਅਸੀਂ ਫਸਲਾਂ ਦੇ ਵਿੱਚ ਜਿਹੜੀ ਹੈ ਯੂਰੀਆ ਖਾਦ ਦੀ ਸਿਫਾਰਿਸ਼ ਫਸਲ ਦੇ ਅਨੁਸਾਰ ਜਿਹੜੀ ਹੈ ਉਹ ਕਰਦੇ ਹਾਂ। ਇਸ ਤੋਂ ਇਲਾਵਾ ਜਿਵੇਂ ਫਾਸਫੋਰਸ ਹੈ, ਫਾਸਫੋਰਸ ਦੇ ਬੇਸ ਦੇ ਉੱਤੇ ਵੀ ਅਸੀਂ ਜਿਹੜੀਆਂ ਆਪਣੀਆਂ ਜ਼ਮੀਨਾਂ ਨੂੰ 4 ਜਿਹੜੀਆਂ ਸ਼੍ਰੇਣੀਆਂ ਦੇ ਵਿੱਚ ਵੰਡਦੇ ਹਾਂ। ਜੇਕਰ ਸਾਡੀ ਜ਼ਮੀਨ ਅਸੀਂ ਟੈਸਟ ਕਰਾਈ ਹੈ, ਸਾਡੇ ਮਾਹਰ ਸਾਨੂੰ ਇਹ ਦੱਸਦਾ ਹੈ ਕਿ ਸਾਡੀ ਜ਼ਮੀਨ ਦੇ ਵਿੱਚ ਜਿਹੜਾ ਫਾਸਫੋਰਸ ਦਾ ਪੱਧਰ ਹੈ ਉਹ 5 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ, ਤਾਂ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਸਾਡੀ ਜ਼ਮੀਨ ਦੇ ਵਿੱਚ ਫਾਸਫੋਰਸ ਜਿਹੜੀ ਹੈ ਘੱਟ ਹੈ, ਸਾਨੂੰ ਪਾਉਣ ਦੀ ਲੋੜ ਹੈ। ਜੇਕਰ 5 ਤੋਂ 9 ਕਿਲੋ ਪ੍ਰਤੀ ਏਕੜ ਦੇ ਵਿੱਚ ਹੈ ਤਾਂ ਅਸੀਂ ਉਹਨੂੰ ਦਰਮਿਆਨੀ ਫਾਸਫੋਰਸ ਵਾਲੀ ਜ਼ਮੀਨ ਆਖਦੇ ਹਾਂ। ਜੇਕਰ 9 ਤੋਂ 20 ਕਿਲੋ ਪ੍ਰਤੀ ਏਕੜ ਹੈ ਤਾਂ ਅਸੀਂ ਉਸ ਨੂੰ ਜ਼ਿਆਦਾ ਫਾਸਫੋਰਸ ਵਾਲੀ ਜ਼ਮੀਨ ਆਖਦੇ ਹਾਂ, ਜਿਨ੍ਹਾਂ ਦੇ ਵਿੱਚ ਸਾਨੂੰ ਫਾਸਫੋਰਸ ਖਾਸ ਤੌਰ ਤੇ ਸਾਉਣੀ ਵਾਲੀਆਂ ਫਸਲਾਂ ਦੇ ਵਿੱਚ ਸਾਨੂੰ ਬਿਲਕੁਲ ਪਾਉਣ ਦੀ ਲੋੜ ਨਹੀਂ। ਤੇ ਚੌਥੀ ਸ਼੍ਰੇਣੀ ਹੈ ਜਿਹਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ 20 ਕਿਲੋ ਪ੍ਰਤੀ ਏਕੜ ਤੋਂ ਵੱਧ ਫਾਸਫੋਰਸ ਹੈ, ਉਹਨਾਂ ਜ਼ਮੀਨਾਂ ਦੇ ਵਿੱਚ ਵੀ ਸਾਨੂੰ ਜਿਹੜੀ ਆ ਫਾਸਫੋਰਸ ਪਾਉਣ ਦੀ ਲੋੜ ਨਹੀਂ। ਸੋ ਮੋਟੇ ਤੌਰ ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਕਿਸਾਨ ਵੀਰ ਆਪਣੀ ਜ਼ਮੀਨ ਜਦੋਂ ਪਰਖ ਕਰਾਉਂਦਾ ਹੈ ਤੇ ਉਹ ਸ਼੍ਰੇਣੀ ਦੇ ਵਿੱਚ ਜਿੱਥੇ ਉਹਨਾਂ ਦੀ ਉਸ ਮਿੱਟੀ ਦੀ ਉਪਜਾਊ ਸ਼ਕਤੀ ਆਉਂਦੀ ਹੈ, ਉਸ ਚੀਜ਼ ਨੂੰ ਧਿਆਨ ਵਿੱਚ ਰੱਖਦੇ ਹਾਂ, ਅਸੀਂ ਉਸ ਖਾਦ ਦੀ ਫਸਲ ਦੇ ਅਨੁਸਾਰ ਜਿਹੜੀ ਆ ਉਹ ਸਿਫਾਰਿਸ਼ ਕਰਦੇ ਹਾਂ। ਇਸੇ ਤਰ੍ਹਾਂ ਜਿਹੜਾ ਤੀਸਰਾ ਖੁਰਾਕੀ ਤੱਤ ਸਾਡੇ ਕੋਲੇ ਪੋਟਾਸ਼ੀਅਮ ਹੈ, ਵੱਡਾ ਪੋਟਾਸ਼ੀਅਮ ਜਿਹੜਾ ਖੁਰਾਕੀ ਤੱਤ ਹੈ। ਜੇਕਰ ਸਾਡੀ ਜ਼ਮੀਨ ਦੇ ਵਿੱਚ ਪੋਟਾਸ਼ੀਅਮ ਦਾ ਉਪਲਬਧ ਪੱਧਰ 55 ਕਿਲੋ ਪ੍ਰਤੀ ਏਕੜ ਤੋਂ ਘੱਟ ਹੈ ਤਾਂ ਅਸੀਂ ਪੋਟਾਸ਼ੀਅਮ ਦੀ ਘਾਟ ਵਾਲੀਆਂ ਜ਼ਮੀਨਾਂ ਆਖਦੇ ਹਾਂ। ਜੇਕਰ 55 ਕਿਲੋ ਪ੍ਰਤੀ ਏਕੜ ਤੋਂ ਵੱਧ ਹੈ ਤਾਂ ਅਸੀਂ ਇਹਨੂੰ ਵੱਧ ਪੋਟਾਸ਼ ਵਾਲੀਆਂ ਜ਼ਮੀਨਾਂ ਆਖਦੇ ਹਾਂ। ਜਿਹੜੀਆਂ ਵੱਧ ਪੋਟਾਸ਼ ਵਾਲੀਆਂ ਜ਼ਮੀਨਾਂ ਨੇ ਉਹਨਾਂ ਜ਼ਮੀਨਾਂ ਦੇ ਵਿੱਚ ਸਾਨੂੰ ਜਿਹੜੀ ਹੈ ਪੋਟਾਸ਼ ਖਾਦ ਬਿਲਕੁਲ ਪਾਉਣ ਦੀ ਲੋੜ ਨਹੀਂ। ਸਾਡੇ ਕਿਸਾਨ ਵੀਰ ਹਰ ਫਸਲ ਦੇ ਵਿੱਚ ਜਿਹੜੀ ਆ ਉਹ ਤੋਂ ਪੋਟਾਸ਼ ਖਾਦ ਦੇ ਉੱਤੇ ਹੋਣ ਵਾਲਾ ਖਰਚਾ ਜਿਹੜਾ ਉਹ ਬਚਾ ਕੇ ਆਪਣੀ ਜਿਹੜੀ ਆ ਉਹ ਬਚਤ ਜਿਹੜੀ ਆ ਉਹ ਕਰ ਸਕਦੇ ਨੇ। ਜੀ ਡਾਕਟਰ ਸਾਹਿਬ, ਜਿਵੇਂ ਕਿ ਤੁਸੀਂ ਦੱਸਿਆ ਕਿ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੇ ਸੈਂਪਲ ਆ ਉਹ ਲਏ ਜਾਂਦੇ ਆ, ਵੱਖ-ਵੱਖ ਤਰ੍ਹਾਂ ਦਾ ਜਿਹੜਾ ਵਿਸ਼ਲੇਸ਼ਣ ਹੈ ਉਹ ਕੀਤਾ ਜਾਂਦਾ ਹੈ। ਕਿਸਾਨ ਵੀਰਾਂ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਸੁਝਾਇਆ ਜਾਂਦਾ ਹੈ ਕਿ ਕਿਸ ਚੀਜ਼ ਦੀ ਮਾਤਰਾ ਜਿਹੜੀ ਉਹ ਉਹਨਾਂ ਦੀ ਜ਼ਮੀਨ ਦੇ ਵਿੱਚ ਜਾਂ ਮਿੱਟੀ ਦੇ ਵਿੱਚ ਕਹਿ ਲਈਏ ਵਧੇਰੀ ਹੈ, ਕਿਸ ਚੀਜ਼ ਦੀ ਜਿਹੜੀ ਘਾਟ ਹੈ ਉਸ ਦੀ ਪੂਰਤੀ ਉਹਨਾਂ ਨੇ ਕਰਨੀ ਹੈ। ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਉਹਨਾਂ ਨੂੰ ਇਸ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਜਾਣਕਾਰੀ ਇਸੇ ਤਰ੍ਹਾਂ ਮੈਡਮ ਜਿਵੇਂ ਇਹ ਵੱਡੇ ਖੁਰਾਕੀ ਤੱਤ ਸੀ, ਇਸੇ ਤਰ੍ਹਾਂ ਸੂਖਮ ਖੁਰਾਕੀ ਤੱਤਾਂ ਲਈ ਜਿਹੜੇ ਸਾਡੇ ਕਿਸਾਨ ਵੀਰ ਸਾਡੇ ਤੱਕ ਪਹੁੰਚ ਕਰਦੇ ਨੇ, ਸਾਡੇ ਕੋਲੇ ਸੈਂਪਲ ਲੈ ਕੇ ਆਉਂਦੇ ਆ। ਸੂਖਮ ਖੁਰਾਕੀ ਤੱਤਾਂ ਦੀ ਪਰਖ ਕਰਕੇ ਵੀ ਅਸੀਂ ਉਹਨਾਂ ਨੂੰ ਦੱਸ ਦਿੰਦੇ ਆ ਕਿ ਸਾਡੀ ਜ਼ਮੀਨ ਦੇ ਵਿੱਚ ਕਿਹੜੇ ਖੁਰਾਕੀ ਤੱਤ ਦੀ ਘਾਟ ਹੈ। ਜੇਕਰ ਘਾਟ ਹੈ ਤਾਂ ਸਾਡੇ ਕਿਸਾਨ ਵੀਰ ਨੂੰ ਕਿਹੜੀ ਖਾਦ ਕਿਸ ਢੰਗ ਦੇ ਨਾਲ ਕਿੰਨੀ ਮਾਤਰਾ ਕਿਹੜੀ ਫਸਲ ਦੇ ਵਿੱਚ ਕਿਹੜੇ ਸਮੇਂ ਸਾਨੂੰ ਪਾਉਣ ਦੀ ਲੋੜ ਹੈ। ਸੋ ਉਸ ਚੀਜ਼ ਨੂੰ ਧਿਆਨ ਵਿੱਚ ਰੱਖਦਾ ਸਾਡੇ ਕਿਸਾਨ ਵੀਰ ਨਾ ਤਾਂ ਸਿਰਫ ਆਪਣੇ ਇਹਨਾਂ ਫਸਲਾਂ ਦੇ ਵਿੱਚ ਇਹਨਾਂ ਖੁਰਾਕੀ ਤੱਤਾਂ ਦੀ ਪੂਰਤੀ ਵਿਗਿਆਨਕ ਢੰਗ ਨਾਲ, ਸੁਚੱਜੇ ਢੰਗ ਨਾਲ ਕਰ ਸਕਦੇ ਆ,
ਸਗੋਂ ਆਪਣੀ ਫਸਲ ਨੂੰ ਜਿਹੜਾ ਉਹ ਉਹਨਾਂ ਦੀ ਖੁਰਾਕੀ ਪ੍ਰਬੰਧਨ ਸਹੀ ਕਰਕੇ ਇਹਨਾਂ ਫਸਲਾਂ ਤੋਂ ਜਿਹੜਾ ਮਿਆਰੀ ਝਾੜ ਜਿਹੜੇ ਆ ਉਹ ਲੈ ਸਕਦੇ ਆ। ਜੀ ਡਾਕਟਰ ਸਾਹਿਬ, ਇਸ ਦੇ ਨਾਲ ਹੀ ਅਸੀਂ ਕਿਸਾਨ ਵੀਰਾਂ ਨੂੰ ਵੀ ਦੱਸ ਦੇਣਾ ਚਾਹੁੰਦੇ ਹਾਂ ਕਿ ਜੇਕਰ ਉਹ ਕੋਈ ਵੀ ਸਵਾਲ ਮਿੱਟੀ ਪਰਖ ਦੇ ਸੰਬੰਧ ਦੇ ਵਿੱਚ ਡਾਕਟਰ ਸਾਹਿਬ ਤੋਂ ਪੁੱਛਣਾ ਚਾਹੁੰਦੇ ਆ ਤਾਂ ਸਟੂਡੀਓ ਦਾ ਨੰਬਰ 0164224331 ਡਾਇਲ ਕਰ ਸਕਦੇ ਆ। ਕਿਸਾਨ ਵੀਰੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਕਿਸਾਨ ਬਾਣੀ ਤੇ ਸਾਡਾ ਅੱਜ ਦਾ ਵਿਸ਼ਾ ਹੈ ਮਿੱਟੀ ਅਤੇ ਪਾਣੀ ਪਰਖ ਦੀ ਅਹਿਮੀਅਤ, ਅਚੋਕੀ ਖੇਤੀ ਦੇ ਵਿੱਚ ਕੀ ਮਹੱਤਤਾ ਹੈ ਤੇ ਕਿਸ ਢੰਗ ਦੇ ਨਾਲ ਇਸ ਦੀ ਪਰਖ ਹੈ ਜਿਹੜੀ ਉਹ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਕੋਈ ਵੀ ਕਿਸਾਨ ਵੀਰ ਸਾਡੇ ਇਸ ਪ੍ਰੋਗਰਾਮ ਨੂੰ ਮੁੜ ਤੋਂ ਸਾਡੇ YouTube ਚੈਨਲ ਕਿਸਾਨ ਬਾਣੀ AIR ਬਠਿੰਡਾ ਦੇ ਉੱਤੇ ਤੇ ਇਸ ਦੇ ਨਾਲ Facebook ਦੇ ਉੱਤੇ ਵੀ ਸੁਣ ਸਕਦੇ ਨੇ ਤੇ ਸਾਡਾ Instagram ਤੇ Twitter ਚੈਨਲ ਵੀ ਫੋਲੋ ਕਰ ਸਕਦੇ ਨੇ। ਇਸ ਦੇ ਨਾਲ ਹੀ ਡਾਕਟਰ ਸਾਹਿਬ, ਜੇਕਰ ਅਸੀਂ ਮੁੜ ਸਵਾਲਾਂ ਦੇ ਸਿਲਸਿਲੇ ਵੱਲ ਵਧਦੇ ਹਾਂ, ਜਿਵੇਂ ਕਿ ਤੁਸੀਂ ਕਿਹਾ ਕਿ ਬਾਗਬਾਨੀ ਵਾਲੇ ਕਿਸਾਨ ਕੁਝ ਵੱਖਰਾ ਕਰ ਸਕਦੇ ਨੇ, ਵੱਖਰੇ ਤਰੀਕੇ ਦਾ ਜਿਹੜਾ ਉਹਨਾਂ ਨੇ ਸੈਂਪਲ ਲੈਣਾ ਹੁੰਦਾ ਹੈ। ਆਮ ਖੇਤ 'ਚ ਜੇਕਰ ਕੋਈ ਫਸਲ ਬੀਜ ਰਿਹਾ ਤਾਂ ਉਸ ਦੇ ਲਈ ਜਿਹੜਾ ਸੈਂਪਲ ਹੈ ਉਹ ਵੱਖਰਾ ਹੈ, ਤਾਂ ਜਿਹੜੀ ਇਹ ਨਮੂਨੇ ਲੈਣ ਦੀ ਦਾ ਢੰਗ ਹੈਗਾ ਇਹ ਕਿਵੇਂ ਦਾ ਹੋਣਾ ਚਾਹੀਦਾ ਹੈ? ਜੀ ਮੈਡਮ, ਜਿਵੇਂ ਕਿ ਸਾਡੇ ਮਿੱਟੀ ਪਰਖ ਦੇ 3 ਮੰਤਵ ਨੇ, ਸੋ ਉਸ ਮੰਤਵ ਨੂੰ ਧਿਆਨ ਦੇ ਵਿੱਚ ਰੱਖਦੇ ਆ ਜਿਹੜੀ ਮਿੱਟੀ ਪਰਖ ਦਾ ਜਿਹੜਾ ਨਮੂਨਾ ਲੈਣ ਦਾ ਢੰਗ ਉਹ ਅਲੱਗ-ਅਲੱਗ ਹੈ। ਜਿਹੜੇ ਸਾਡੇ ਕਿਸਾਨ ਵੀਰ ਮਿੱਟੀ ਦੀ ਜ਼ਮੀਨ ਦੀ ਆਪਣੀ ਉਪਜਾਊ ਸ਼ਕਤੀ ਲਈ ਜਿਹੜੀ ਹੈ ਮਿੱਟੀ ਪਰਖ ਦੀ ਜਾਂਚ ਜਾਂ ਪਰਖ ਕਰਾਉਣੀ ਚਾਹੁੰਦੇ ਨੇ, ਉਹ ਕਿਸਾਨ ਵੀਰਾਂ ਨੇ ਜਿਹੜਾ ਉੱਪਰਲੀ 6 ਇੰਚ ਜ਼ਮੀਨ ਤੋਂ ਜਿਹੜਾ ਮਿੱਟੀ ਦਾ ਸੈਂਪਲ ਲੈਣਾ। ਤੁਹਾਡੇ ਇਸ ਮਾਧਿਅਮ ਰਾਹੀਂ ਮੈਂ ਦੱਸ ਦੇਣਾ ਚਾਹੁੰਦਾ ਵੀ ਸਾਡੀ ਹੁਣ ਜਿਹੜੀ ਹਾੜੀ ਵਾਲੀ ਫਸਲ ਹੈ ਇਹ ਤਕਰੀਬਨ ਜਿਹੜੀ ਹੈ ਸਾਡੇ ਖੇਤਾਂ ਦੇ ਵਿੱਚ ਜਿਹੜੀ ਵਾਢੀ ਲਈ ਤਿਆਰ ਹੈ। ਕੁਝ ਕਿਸਾਨ ਵੀਰਾਂ ਨੇ ਜਿਹੜੀ ਵਾਢੀ ਹੈ ਉਹ ਕਰ ਵੀ ਲਈ ਹੈ। ਇਸ ਤੋਂ ਬਾਅਦ ਜਿਹੜੇ ਸਾਡੇ ਕਿਸਾਨ ਵੀਰਾਂ ਨੇ ਹੁਣ ਝੋਨਾ ਲਾਉਣਾ, ਉਹਨਾਂ ਦੇ ਕੋਲੇ ਬੜਾ ਲੰਬਾ ਸਮਾਂ ਹੈ, ਉਹ ਜ਼ਰੂਰ ਜਿਹੜੀ ਹੈ ਮਿੱਟੀ ਪਰਖ ਕਰਾਉਣ। ਜਿਨ੍ਹਾਂ ਕਿਸਾਨ ਵੀਰਾਂ ਨੇ ਮਿੱਟੀ ਦੀ ਉਪਜਾਊ ਸ਼ਕਤੀ ਪਰਖ ਕਰਾਉਣ ਲਈ ਜਿਹੜਾ ਮਿੱਟੀ ਦਾ ਨਮੂਨਾ ਲੈਣਾ ਹੈ, ਉਹਨਾਂ ਲਈ ਅਸੀਂ ਕੀ ਕਰਨਾ ਹੈ ਵੀ ਫਰਜ਼ ਕਰੋ ਅਸੀਂ 1 ਏਕੜ ਦੀ ਜਿਹੜੀ ਹੈ ਉਹ ਸਾਡਾ ਖੇਤ ਹੈ, ਉਸ ਖੇਤ ਦੇ ਵਿੱਚੋਂ ਅਸੀਂ 7-8 ਥਾਵਾਂ ਤੋਂ ਜਿਹੜਾ ਮਿੱਟੀ ਦਾ ਜਿਹੜਾ ਨਮੂਨਾ ਲੈਣਾ ਹੈ। 7-8 ਥਾਵਾਂ ਤੋਂ ਅਸੀਂ ਇਸ ਕਰਕੇ ਸਿਫਾਰਿਸ਼ ਕਰਦੇ ਹਾਂ ਤਾਂ ਕਿ ਉਹ ਨਮੂਨਾ ਸਾਰੇ ਖੇਤ ਦੀ ਮਿੱਟੀ ਦੀ ਜਿਹੜੀ ਹੈ ਉਹ ਪ੍ਰਤੀਨਿਧਤਾ ਕਰਦਾ ਹੋਵੇ, ਸਾਰੇ ਖੇਤ ਦੀਆਂ ਜਿਹੜੀਆਂ ਵਿਸ਼ੇਸ਼ਤਾਵਾਂ ਨੂੰ ਦਰਸਾਉਂਦਾ ਹੋਵੇ। ਜਦੋਂ ਅਸੀਂ ਨਮੂਨਾ ਲੈਣਾ ਹੈ, ਜਿਹੜਾ ਜ਼ਮੀਨ ਦੇ ਉੱਤੇ ਕੋਈ ਘਾਹ ਫੂਸ ਹੈ ਉਹਨੂੰ ਅਸੀਂ ਖੁਰਪੇ ਦੇ ਨਾਲ ਪਾਸੇ ਕਰ ਦੇਣਾ ਹੈ। ਉਸ ਤੋਂ ਬਾਅਦ ਅਸੀਂ ਜਿਵੇਂ ਅੰਗਰੇਜ਼ੀ ਦਾ ਅੱਖਰ V ਹੁੰਦਾ ਹੈ, ਉਸ V ਆਕਾਰ ਦਾ ਜਿਹੜਾ ਅਸੀਂ 6 ਇੰਚ ਡੂੰਘਾ ਕੱਟ ਜ਼ਮੀਨ ਦੇ ਵਿੱਚ ਦੇਣਾ। 6 ਇੰਚ ਡੂੰਘਾ ਅਸੀਂ ਇਸ ਕਰਕੇ ਲੈਂਦੇ ਹਾਂ ਕਿਉਂਕਿ ਇਹ ਜਿਹੜੀ ਤਹਿ ਹੈ ਇਸ ਨੂੰ ਬਹੁਤ ਉਪਜਾਊ ਜਿਹੜੀ ਤਹਿ ਜ਼ਮੀਨ ਦੀ ਲੇਅਰ ਮੰਨਿਆ ਜਾਂਦਾ ਹੈ, ਕਿਉਂਕਿ ਜਿੰਨੇ ਵੀ ਸਾਡੇ ਖੇਤੀ ਮਸ਼ੀਨਰੀ ਹੈ ਉਹ ਇੰਨੀ ਕੀ ਡੂੰਘੀ ਚੱਲਦੀ ਹੈ। ਤੇ ਇਸ ਤੋਂ ਇਲਾਵਾ ਸਾਡੀਆਂ ਜਿਹੜੀਆਂ ਫਸਲਾਂ ਨੇ, ਕਿਉਂਕਿ ਸਾਡਾ ਬਹੁਤ ਜ਼ਿਆਦਾ ਪੰਜਾਬ ਦਾ ਹਿੱਸਾ ਜਿਹੜਾ ਉਹ ਸਿੰਜੂ ਹੈ, ਸਾਡੀਆਂ ਜਿੰਨੀਆਂ ਜੜ੍ਹਾਂ ਨੇ ਮੋਟੇ ਤੌਰ ਤੇ ਉਹਨਾਂ ਦਾ ਬਹੁਤ ਵੱਡਾ ਹਿੱਸਾ ਸਾਡੀ ਇਸ ਉੱਪਰਲੀ 6 ਇੰਚ ਜਿਹੜੀ ਤਹਿ ਦੇ ਵਿੱਚ ਹੁੰਦਾ ਹੈ। ਇਸ ਤੋਂ ਇਲਾਵਾ ਕਿਉਂਕਿ ਇਹ ਜਿਹੜੀ ਸਾਡੀ 6 ਇੰਚ ਦੀ ਉੱਪਰਲੀ ਲੇਅਰ ਹੈ, ਇਹਦੇ ਵਿੱਚ ਸਾਡੇ ਸੂਖਮ ਜੀਵ ਜਿਹੜੇ ਨੇ ਲਗਾਤਾਰ ਉਹ ਜਿਹੜੀ ਕਿਰਿਆ ਕਰਦੇ ਨੇ ਤੇ ਸਾਡੀ ਜ਼ਮੀਨ ਦੇ ਵਿੱਚ ਜਿਹੜੇ ਖੁਰਾਕੀ ਤੱਤਾਂ ਨੂੰ ਉਪਲਬਧ ਕਰਾਉਣ ਦੇ ਵਿੱਚ ਸਹਾਈ ਹੁੰਦੇ ਨੇ। ਸੋ ਖੁਰਪੇ ਦੀ ਮਦਦ ਦੇ ਨਾਲ ਅਸੀਂ V ਸ਼ੇਪ ਕੱਟ ਜਿਹੜਾ ਜ਼ਮੀਨ ਦੇ ਵਿੱਚ ਦੇਣਾ ਹੈ, ਉਹਦੇ ਵਿਚਕਾਰ ਜਿਹੜੀ ਮਿੱਟੀ ਆ ਜਾਂਦੀ ਹੈ ਅਸੀਂ ਉਹਨੂੰ ਬਾਹਰ ਕੱਢ ਦੇਣਾ ਹੈ ਤੇ ਉਸ V ਸ਼ੇਪ ਕੱਟ ਦੇ ਦੋਨੋਂ ਪਾਸਿਓਂ 1.5 ਇੰਚ ਮੋਟੀ ਜਿਵੇਂ ਬ੍ਰੈਡ ਦੀ ਸਲਾਈਸ, ਬ੍ਰੈਡ ਦੀ ਟੁਕੜੀ ਬਾਹਰ ਆ ਜਾਂਦੀ ਹੈ। ਸਾਡੇ ਕਿਸਾਨ ਵੀ ਜਿਹੜੀ ਆ ਉਹ ਬ੍ਰੈਡ ਦੀ ਟੁਕੜੀ ਦੋਵੇਂ ਪਾਸੋਂ ਲੈ ਲੈਣ। ਜਦੋਂ ਅਸੀਂ 7-8 ਥਾਵਾਂ ਤੋਂ ਇਹ ਮਿੱਟੀ ਦਾ ਇਸ ਤਰ੍ਹਾਂ ਨਮੂਨਾ ਲੈ ਲਾਂਗੇ, ਸਾਡੇ ਕੋਲੇ ਉਹ ਜਿਹੜਾ ਮਿੱਟੀ ਦਾ ਵਜ਼ਨ 4 ਤੋਂ 5-6 ਕਿਲੋ ਤੱਕ ਹੋ ਸਕਦਾ ਹੈ। ਉਹਨੂੰ ਤੁਸੀਂ ਖੇਤ ਚੋਂ ਬਾਹਰ ਲੈ ਆਓ, ਕਿਸੇ ਸਾਫ਼ ਕੱਪੜਾ ਵਿਛਾ ਕੇ ਉਹਨੂੰ ਜਿਹੜਾ ਚੰਗੀ ਤਰ੍ਹਾਂ ਤੁਸੀਂ ਜਿਹੜਾ ਉਹਨੂੰ ਮਲ ਲਓ ਹੱਥਾਂ ਦੇ ਵਿੱਚ, ਚਿਣਕਾ ਰਲ ਜੇ ਤਾਂ ਕਿ ਖੇਤ ਦੀ ਮਿੱਟੀ ਦੀ ਜਿਹੜੀ ਆ ਉਹ ਵਿਸ਼ੇਸ਼ਤਾਵਾਂ ਨੂੰ ਦਰਸਾਉਂਦਾ ਹੋਵੇ, ਖੇਤ ਦੀ ਪ੍ਰਤੀਨਿਧਤਾ ਕਰਦਾ ਹੋਵੇ। ਉਸ ਦੇ ਵਿੱਚੋਂ ਤੁਸੀਂ ਅੱਧਾ ਕਿਲੋ ਸਾਡਾ ਜਿਹੜੇ ਕਿਸਾਨ ਵੀਰਾਂ ਨੇ ਨਮੂਨਾ ਲੈਣਾ ਹੈ ਉਹਨੂੰ ਕਿਸੇ ਸਾਫ਼ ਥੈਲੀ ਦੇ ਵਿੱਚ, ਕੱਪੜੇ ਦੀ ਥੈਲੀ ਦੇ ਵਿੱਚ ਜਿਹੜਾ ਉਹਨੂੰ ਪਾ ਲਓ। ਉਸ ਤੋਂ ਬਾਅਦ ਤੁਸੀਂ ਉਹਦੀ ਟੈਗਿੰਗ ਕਰਨੀ ਜਿਹੜੀ ਆ ਉਹ ਬਹੁਤ ਜ਼ਰੂਰੀ ਹੈ। ਉਸ ਜਿਹੜੀ ਥੈਲੀ ਦੇ ਉੱਤੇ ਤੁਸੀਂ ਆਪਣਾ ਨਾਮ, ਆਪਣੇ ਪਿਤਾ ਜੀ ਦਾ ਨਾਮ, ਆਪਣਾ ਵੇਰਵਾ, ਤਾਂ ਕਿ ਅਸੀਂ ਪੱਤਰ ਵਿਹਾਰ ਰਾਹੀਂ ਵੀ ਤੁਹਾਡੇ ਤੱਕ ਜਿਹੜੀ ਹੈ ਤੁਹਾਡੀ ਮਿੱਟੀ ਪਰਖ ਦੀ ਜਿਹੜੀ ਰਿਪੋਰਟ ਹੈ ਉਹਦੀ ਪਹੁੰਚ ਕਰ ਸਕੀਏ। ਜਿਹੜਾ ਫਸਲੀ ਚੱਕਰ ਤੁਸੀਂ ਲੈ ਰਹੇ ਹੋ, ਤੁਹਾਡੇ ਖੇਤ ਦੇ ਵਿੱਚ ਜਿਹੜਾ ਤੁਹਾਡੇ ਕੋਲੇ ਪਾਣੀ ਦੇ ਸਰੋਤ ਕੀ ਨੇ, ਬੋਰ ਵਾਲਾ ਪਾਣੀ ਹੈ, ਟਿਊਬਵੈਲ ਵਾਲਾ ਪਾਣੀ ਹੈ, ਜਾਂ ਤੁਹਾਡੇ ਕੋਲੇ ਜਿਹੜਾ ਕੱਸੀ ਵਾਲਾ ਨਹਿਰੀ ਪਾਣੀ ਲੱਗਦਾ ਹੈ, ਉਹਦਾ ਸਰੋਤ ਥੋੜਾ ਜਿਹਾ ਬਰੀਫ ਜੀ ਜਿਹੜੀ ਜਾਣਕਾਰੀ ਤੁਸੀਂ ਦੇਣੀ ਹੈ। ਜੇਕਰ ਸਾਡੇ ਕਿਸਾਨ ਵੀ ਸਪੋਜ਼ ਕਰੋ ਵੀ 2 ਖੇਤਾਂ ਦੀ ਮਿੱਟੀ ਪਰਖ ਕਰਾਉਣੀ ਚਾਹੁੰਦੇ ਆ ਤਾਂ ਉੱਥੇ ਜਿਹੜਾ ਥੋੜੀ ਜਿਹੀ ਉਹਦੀ ਜਿਹੜੀ ਆਇਡੈਂਟੀਫਿਕੇਸ਼ਨ ਜ਼ਰੂਰ ਲਿਖ ਕੇ ਜਾਣ ਕਿ ਮੇਰੀ ਇਸ ਖੇਤ ਦੀ ਹੈ ਤੇ ਇਹ ਮੇਰੇ ਇਸ ਖੇਤ ਦੀ ਮਿੱਟੀ ਹੈ, ਤਾਂ ਕਿ ਜਿਹੜੀ ਮਿੱਟੀ ਪਰਖ ਰਿਪੋਰਟ ਦੇ ਆਧਾਰ ਤੇ ਜਿਹੜੀ ਉਹਨਾਂ ਨੂੰ ਵਿਸ਼ਲੇਸ਼ਣ ਕਰਨਾ ਹੈ ਉਹਦੇ ਵਿੱਚ ਮੁੜ ਕੇ ਕੋਈ ਜਿਹੜੀ ਹੈ ਕਠਿਨਾਈ ਨਾ ਆਵੇ। ਇਸ ਤੋਂ ਬਾਅਦ ਦੂਸਰਾ ਜਿਹੜਾ ਸਾਡਾ ਮੰਤਵ ਹੈ ਕਲਰ ਸੁਧਾਰ ਲਈ, ਮੈਡਮ ਇਹਦੇ ਲਈ ਅਸੀਂ ਜਿਹੜੀ ਆ ਹੇਠਲੀਆਂ ਤਹਿਾਂ ਦੇ ਵਿੱਚ ਵੀ ਜਿਹੜੀ ਆ ਮਿੱਟੀ ਪਰਖ ਜਿਹੜੀ ਆ ਕਰਦੇ ਆ, ਕਿਉਂਕਿ ਲੂਣ ਜਿਹੜੇ ਨੇ ਘੁਲ ਕੇ ਸਾਡੀ ਜਿਹੜੀ ਉੱਪਰਲੀ 90 ਸੈਂਟੀਮੀਟਰ ਤੱਕ ਦੀ ਤਹਿ ਹੈ ਉੱਤੇ ਇਕੱਠੇ ਹੋ ਜਾਂਦੇ ਨੇ ਤੇ ਜੜ੍ਹਾਂ ਨੂੰ ਜਿਹੜਾ ਉਹ ਘੁੱਟ ਲੈਂਦੇ ਆ, ਜਾਂ ਕਹਿ ਲਓ ਵੀ ਜੜ੍ਹਾਂ ਤੋਂ ਖੁਰਾਕੀ ਤੱਤਾਂ ਨੂੰ ਜਿਹੜਾ ਜ਼ਮੀਨ ਦੇ ਵਿੱਚ ਉਹਨਾਂ ਨੇ ਸੋਖਣਾ ਉਹਦੇ ਵਿੱਚ ਜਿਹੜਾ ਸੰਤੁਲਨ ਪੈਦਾ ਕਰਦੇ ਆ। ਇਸ ਕਰਕੇ ਜਿਹੜੇ ਕਿਸਾਨ ਵੀਰਾਂ ਨੇ ਕਲਰ ਸੁਧਾਰ ਲਈ ਮਿੱਟੀ ਦੀ ਪਰਖ ਕਰਾਉਣੀ ਆ, ਉਹਨਾਂ ਨੇ 3 ਫੁੱਟ ਡੂੰਘਾ ਜਿਹੜਾ ਟੋਆ ਆਪਣੇ ਖੇਤ ਦੇ ਵਿੱਚ ਪੁੱਟਣਾ ਹੈ, ਜਿਸ ਟੋਏ ਦਾ ਇੱਕ ਪਾਸਾ ਸਿੱਧਾ ਤੇ ਇੱਕ ਪਾਸਾ ਜਿਹੜਾ ਤਿਰਛਾ ਹੋਣਾ ਚਾਹੀਦਾ। ਸੋ ਜਿਹੜਾ ਪਾਸਾ ਸਿੱਧਾ ਹੈ ਉਤੋਂ ਖੁਰਪੇ ਦੀ ਜਿਹੜੀ ਮਦਦ ਦੇ ਨਾਲ ਅਸੀਂ 4 ਸੈਂਪਲ ਜਿਹੜੇ ਆ ਉਹ ਲੈਣੇ ਆ। ਸਭ ਤੋਂ ਪਹਿਲਾ ਸੈਂਪਲ ਜਿਹੜਾ ਉਤਲੇ 6 ਇੰਚ, ਕਹਿਣ ਦਾ ਭਾਵ 0 ਤੋਂ 15 ਸੈਂਟੀਮੀਟਰ ਤਹਿ ਦਾ। ਦੂਸਰਾ ਨਮੂਨਾ ਜਿਹੜਾ 15 ਤੋਂ 30 ਸੈਂਟੀਮੀਟਰ ਦਾ।
ਤੀਸਰਾ 30 ਤੋਂ 60 ਤੇ ਚੌਥਾ 60 ਤੋਂ 90। ਇਸ ਤਰ੍ਹਾਂ ਕ੍ਰਮਵਾਰ ਜਿਹੜੇ 4 ਨਮੂਨੇ ਸਾਡੇ ਕਿਸਾਨ ਵੀਰ ਲੈ ਲੈਣ, ਉਹਨਾਂ ਨੂੰ ਅੱਡ-ਅੱਡ ਥੈਲੀਆਂ ਦੇ ਵਿੱਚ ਪਾ ਕੇ ਉਹਨਾਂ ਥੈਲੀਆਂ ਦੇ ਉੱਤੇ ਜਿਹੜੀ ਹੈ ਉਸ ਤਹਿ ਦੀ ਡੂੰਘਾਈ ਜ਼ਰੂਰ ਜਿਹੜੀ ਹੈ ਉਹ ਮੈਂਸ਼ਨ ਕੀਤੀ ਜਾਵੇ ਕਿ ਇਹ ਸੈਂਪਲ ਜਿਹੜਾ ਹੈ ਉਹ ਅਸੀਂ 0 ਤੋਂ 15 ਸੈਂਟੀਮੀਟਰ ਦਾ ਹੈ, ਇਹ ਸਾਡਾ 15 ਤੋਂ 30 ਦਾ ਹੈ ਤੇ 30 ਤੋਂ 60 ਤੇ 60 ਦਾ 90 ਦਾ ਹੈ। ਜੀ ਇਸੇ ਤਰ੍ਹਾਂ ਜਿਹੜੇ ਕਿਸਾਨ ਵੀਰ ਬਾਗਬਾਨੀ ਲਈ ਕਿਸੇ ਫਲਦਾਰ ਬੂਟੇ ਦੀ ਜਿਹੜੀ ਹੈ ਚੋਣ ਕਰਨ ਲਈ ਮਿੱਟੀ ਭਰ ਕਰਾਉਣੀ ਚਾਹੁੰਦੇ ਨੇ, ਉਹਨਾਂ ਨੇ ਖੇਤ ਦੇ ਵਿੱਚ 7 ਫੁੱਟ ਡੂੰਘਾ ਟੋਆ ਪੱਟਣਾ ਹੈ। ਉਸੇ ਤਰੀਕੇ ਦੇ ਨਾਲ ਇੱਕ ਪਾਸਾ ਸਿੱਧਾ ਤੇ ਇੱਕ ਪਾਸਾ ਜਿਹੜਾ ਉਹਨਾਂ ਦਾ ਤਿਰਛਾ ਹੋਣਾ ਚਾਹੀਦਾ ਹੈ। ਸਿੱਧੇ ਵਾਲੇ ਪਾਸੇ ਉਹਨਾਂ ਨੇ 7 ਸੈਂਪਲ ਲੈਣੇ ਆ, ਪਹਿਲਾ 0 ਤੋਂ 15 ਸੈਂਟੀਮੀਟਰ, ਫਿਰ 15 ਤੋਂ 30, 30 ਤੋਂ 60, 60 ਤੋਂ 90, 90 ਤੋਂ 120, 120 ਤੋਂ 150 ਤੇ 150 ਤੋਂ 200। ਇਸ ਤਰ੍ਹਾਂ 7 ਸੈਂਪਲ ਲੈ ਕੇ ਜਿਹੜੇ ਸਾਡੇ ਕੋਲ ਮਿੱਟੀ ਭਰ ਪ੍ਰਯੋਗਸ਼ਾਲਾ ਦੇ ਵਿੱਚ ਕਿਸਾਨ ਵੀਰ ਦੇ ਦੇਣ, ਤਕਰੀਬਨ 5 ਤੋਂ 7 ਦਿਨਾਂ ਦੇ ਵਿੱਚ ਮਿੱਟੀ ਭਰ ਕਰਕੇ ਜਿਹੜੀ ਅਸੀਂ ਰਿਪੋਰਟ ਸਾਡੇ ਕਿਸਾਨ ਵੀਰਾਂ ਨੂੰ ਮੁਹੱਈਆ ਕਰਵਾ ਦਿੰਦੇ। ਜੀ ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਕਿ ਤੁਸੀਂ ਨਾਲੋਂ ਨਾਲ ਇਹ ਵੀ ਦੱਸਿਆ ਕਿ ਕਿੰਨੇ ਕੁ ਦਿਨਾਂ ਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਜਿਹੜੀ ਇਹ ਰਿਪੋਰਟ ਹੈ ਉਹ ਮਿਲ ਜਾਣੀ, ਕਿਉਂਕਿ ਅਕਸਰ ਕਿਸਾਨ ਵੀਰਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਜੇਕਰ ਅਸੀਂ ਮਿੱਟੀ ਆਪਣੀ ਪਰਖ ਦੇ ਲਈ ਭੇਜਦੇ ਹਾਂ ਕਿਤੇ ਇਹ ਤਾਂ ਨਹੀਂ ਕਿ ਵਧੇਰੇ ਸਮਾਂ ਲੱਗ ਜਾਏ ਤੇ ਉਦੋਂ ਤੱਕ ਅਸੀਂ ਆਪਣੀ ਅਗਲੀ ਫਸਲ ਦੀ ਜਿਹੜੀ ਬਿਜਾਂਦ ਹੈ ਉਹ ਸ਼ੁਰੂ ਕਰ ਲਈਏ। ਜੇਕਰ ਚੰਦ ਸ਼ਬਦਾਂ ਦੇ ਵਿੱਚ ਅਸੀਂ ਪਾਣੀ ਪਰਖ ਦੀ ਗੱਲ ਕਰੀਏ ਤਾਂ ਪਾਣੀ ਪਰਖ ਕਿੰਨੀ ਕੁ ਜ਼ਰੂਰੀ ਹੈ ਤੇ ਸੈਂਪਲ ਕਿਵੇਂ ਕਿਵੇਂ ਲੈਣੇ? ਮੈਡਮ, ਪਾਣੀ ਦੀ ਪਰਖ ਖਾਸ ਤੌਰ ਤੇ ਸਾਡੇ ਇਸ ਏਰੀਆ ਦੇ ਵਿੱਚ ਬਹੁਤ ਮਹੱਤਵ ਰੱਖਦੀ ਹੈ, ਕਿਉਂਕਿ ਸਾਡਾ ਤਕਰੀਬਨ 42 ਪੈਸੇ ਜਿਹੜਾ 42% ਰਕਬਾ ਸਾਡਾ ਜਿਹੜਾ ਉਹਦੇ ਧਰਤੀ ਹੇਠਲਾ ਜਿਹੜਾ ਪਾਣੀ ਹੈ ਉਹ ਸਾਡਾ ਹੀ ਮਾੜਾ ਹੈ। ਜੀ ਅਸੀਂ ਆਮ ਵੀ ਖੇਤਾਂ ਦੇ ਵਿੱਚ ਦੇਖਦੇ ਹਾਂ, ਵੱਟਾਂ ਦੇ ਉੱਤੇ ਖਾਲਾਂ ਦੇ ਉੱਤੇ ਸਾਡੇ ਜਿਹੜੇ ਨੇ ਉਹ ਬਹੁਤ ਜ਼ਿਆਦਾ ਲੂਣ ਹੁੰਦੇ ਨੇ। ਉਸ ਚੀਜ਼ ਨੂੰ ਦੇਖ ਕੇ ਸਾਡੇ ਕੋਲੇ ਮੋਟਾ ਜਿਹਾ ਇਸ਼ਾਰਾ ਤਾਂ ਸਾਨੂੰ ਮਿਲ ਜਾਂਦਾ ਹੈ ਜੀ ਕਿ ਸਾਡੀਆਂ ਜ਼ਮੀਨਾਂ ਦੇ ਵਿੱਚ ਲੂਣਾਂ ਦੀ ਤਹਿਸੀਰ ਕੈਸੀ ਹੈ, ਸਾਡੇ ਚਿੱਟਾ ਲੂਣ ਹੈ ਜਾਂ ਕਾਲਾ ਸਾਡੇ ਕਲਰ ਹੈ, ਪਰ ਉਹਨਾਂ ਦੀ ਕੁਆਂਟੀਟੀ ਕਿ ਉਹ ਕਿੰਨੀ ਮਾਤਰਾ ਦੇ ਵਿੱਚ ਸਾਡੀ ਜ਼ਮੀਨ ਦੇ ਵਿੱਚ ਉਪਲਬਧ ਨੇ ਸਾਨੂੰ ਉਸ ਤਰ੍ਹਾਂ ਨਹੀਂ ਪਤਾ ਲੱਗ ਸਕਦਾ, ਜਿਸ ਦੇ ਲਈ ਪਾਣੀ ਦੀ ਪਰਖ ਜਿਹੜੀ ਹੈ ਉਹ ਸਾਨੂੰ ਕਰਾਉਣੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਹੈ। ਜਦੋਂ ਸਾਡੇ ਲੂਣੇ ਜਿਹੜੇ ਪਾਣੀ ਹੁੰਦੇ ਨੇ, ਲੂਣੇ ਪਾਣੀ ਅਸੀਂ ਉਹਨਾਂ ਨੂੰ ਕਹਿ ਦਿੰਦੇ ਹਾਂ ਜਿਨ੍ਹਾਂ ਦੇ ਵਿੱਚ ਸੋਡੀਅਮ ਦੇ ਕਲੋਰਾਈਡ ਜਾਂ ਸਲਫੇਟ ਹੁੰਦੇ ਨੇ। ਜੀ ਇਸੇ ਤਰ੍ਹਾਂ ਜਿਹੜੇ ਖਾਰੇ ਪਾਣੀ ਨੇ ਉਹਨਾਂ ਦੇ ਵਿੱਚ ਜਿਹੜਾ ਸੋਡੀਅਮ ਦੇ ਕਾਰਬੋਨੇਟ ਜਾਂ ਬਾਈਕਾਰਬੋਨੇਟ ਜਿਹੜੇ ਉਹ ਹੁੰਦੇ ਨੇ ਤੇ ਉਹਨਾਂ ਨੂੰ ਅਸੀਂ ਖਾਰੇ ਪਾਣੀ ਆਖ ਦਿੰਦੇ ਹਾਂ। ਜੀ ਜਿਹੜੇ ਸਾਡੇ ਕਿਸਾਨ ਵੀਰ ਸਾਡੇ ਕੋਲੇ ਪਾਣੀ ਪਰਖ ਕਰਾਉਣਾ ਚਾਹੁੰਦੇ ਨੇ, ਜਦੋਂ ਉਹਨਾਂ ਦੇ ਟਿਊਬਵੈਲ ਜਿਹੜੇ ਨੇ ਉਹ 15-20 ਮਿੰਟ ਚੱਲ ਹਟਣ, ਕਿਸੇ ਸਾਫ਼ ਬੋਤਲ ਦੇ ਵਿੱਚ ਪਲਾਸਟਿਕ ਦੀ ਜਾਂ ਕੱਚ ਵਾਲੀ ਬੋਤਲ ਦੇ ਵਿੱਚ ਜਿਹੜਾ ਉਹਨਾਂ ਨੇ ਸੈਂਪਲ ਲੈਣਾ ਹੈ, ਇੱਥੇ ਧਿਆਨ ਰੱਖਣ ਕਿ ਉਸ ਨੂੰ ਕਿਸੇ ਵੀ ਡਿਟਰਜੈਂਟ ਦੇ ਨਾਲ, ਸੋਡੇ ਦੇ ਨਾਲ ਜਾਂ ਜਿਹੜੀ ਹੈ ਸਾਬਣ ਦੇ ਨਾਲ ਉਹਨੂੰ ਨਹੀਂ ਧੋਣਾ। ਉਸੇ ਟਿਊਬਵੈਲ ਵਾਲੇ ਪਾਣੀ ਦੇ ਨਾਲ ਉਸੇ ਬੋਤਲ ਨੂੰ ਅੰਦਰੋਂ ਬਾਹਰੋਂ ਚੰਗੀ ਤਰ੍ਹਾਂ ਧੋ ਲੈਣ। ਜਦੋਂ ਟਿਊਬਵੈਲ 15 ਕੁ ਮਿੰਟ ਚੱਲਦਾ ਹੋ ਗਿਆ, ਜੀ ਉਹ ਪਾਣੀ ਦਾ ਭਰ ਕੇ ਸਾਡੇ ਕੋਲੇ ਉਹਦੇ ਉੱਤੇ ਇੱਕ ਚੇਪੀ ਨਾਲ ਆਪਣੀ ਜਿਹੜੀ ਚਿੱਟ ਲਾ ਦੇਣ, ਜਿਹਦੇ ਉੱਤੇ ਨਾਮ, ਪਤਾ ਤੇ ਸਾਡਾ ਅਸੀਂ ਤਾਂ ਕਿ ਪੱਤਰ ਵਿਹਾਰ ਰਾਹੀਂ ਵੀ ਤੁਹਾਨੂੰ ਜਿਹੜੀ ਰਿਪੋਰਟ ਦੇ ਸਕੀਏ। ਵੈਸੇ ਤਾਂ ਸਾਡੀ ਜਿਹੜੀ ਯੂਨੀਵਰਸਿਟੀ ਦਾ ਸਾਡਾ ਜਿਹੜਾ ਕੇਂਦਰ ਹੈ ਉਹ ਪਾਣੀ ਦੀ ਪਰਖ ਦੀ ਰਿਪੋਰਟ ਅਸੀਂ ਜਿਹੜੀ ਹੈ ਉਸੇ ਦਿਨ ਹੀ ਦੇ ਦਿੰਦੇ ਹਾਂ ਜੀ ਤੇ ਪਰ ਜੇਕਰ ਕਿਸੇ ਕਾਰਨਵਸ਼ ਕਿਤੇ ਲਾਈਟ ਨਹੀਂ ਹੈਗੀ ਜਾਂ ਸਾਨੂੰ ਦੂਸਰੇ ਦਿਨ ਵੀ ਦੇਣੀ ਪੈਂਦੀ ਹੈ ਤੇ ਅਸੀਂ ਜਿਹੜੀ ਉਹ ਸਾਡੇ ਕੋਲ ਕਿਸਾਨ ਵੀਰੋ ਤੇ ਪਹੁੰਚ ਕਰਕੇ ਵੀ ਲੈ ਸਕਦੇ ਆ। ਨਹੀਂ ਤਾਂ ਜੇ ਕਿਸਾਨ ਦੂਰੋਂ ਆਇਆ ਤੇ ਅਸੀਂ ਜਿਹੜੀ ਪੱਤਰ ਵਿਹਾਰ ਰਾਹੀਂ ਉਹਨੂੰ ਡਾਕ ਰਾਹੀਂ ਵੀ ਜਿਹੜੀ ਆ ਉਹਨਾਂ ਦੀ ਪਹੁੰਚ ਜਿਹੜੀ ਅਸੀਂ ਕਰ ਦਿੰਦੇ ਹਾਂ। ਜੀ ਡਾਕਟਰ ਸਾਹਿਬ, ਤੁਸੀਂ ਅੱਜ ਮਿੱਟੀ ਅਤੇ ਪਾਣੀ ਪਰਖ ਦੀ ਅਜੋਕੀ ਖੇਤੀ ਵਿੱਚ ਮਹੱਤਤਾ ਤੇ ਢੰਗਾਂ ਦੇ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿੱਤੀ। ਉਮੀਦ ਕਰਦੇ ਹਾਂ ਕਿ ਇਹ ਵਿਸ਼ਾ ਕਿਸਾਨ ਵੀਰਾਂ ਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਮੈਨੂੰ ਗੁਰਲੀਨ ਸਿੱਧੂ ਨੂੰ ਅੱਜ ਦਾ ਪ੍ਰੋਗਰਾਮ ਕਿਸਾਨ ਬਾਣੀ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਕਿਸਾਨ ਵੀਰੋ, ਮੌਸਮ ਦੇ ਹਾਲ ਦੇ ਲਈ ਅਸੀਂ ਪਹੁੰਚਦੇ ਹਾਂ ਮੈਡਮ ਕੁਲਦੀਪ ਜੀ ਕੌਰ ਤੇ ਡਾਕਟਰ ਸਾਹਿਬ ਤੁਹਾਡਾ ਸਟੂਡੀਓ ਪਹੁੰਚਣ ਤੇ ਬਹੁਤ ਬਹੁਤ ਧੰਨਵਾਦ। ਧੰਨਵਾਦ ਮੈਡਮ।